ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਮਹਾ ਮੁਕਾਬਲੇ ਦੀ, ਉਸ ਮਹਾ ਮੁਕਾਬਲੇ ਦੀ ਜੋ ਹੋਣ ਜਾ ਰਿਹਾ ਹੈ ਅੰਮ੍ਰਿਤਸਰ ਈਸਟ ਦੀ ਸੀਟ ਦੇ ਉੱਤੇ। ਤੇ ਇਹ ਮੁਕਾਬਲਾ ਇਸ ਕਰਕੇ ਹੋਰ ਵੀ ਦਿਲਚਸਪ ਹੋ ਗਿਆ ਹੈ ਕਿਉਂਕਿ ਬਿਕਰਮ ਮਜੀਠੀਆ ਨੇ ਹੁਣ ਇੱਕ ਹੀ ਸੀਟ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਹੁਣ ਸਵਾਲ ਇਹ ਹੈ ਕਿ ਇਹ ਸਿਆਸੀ ਜੰਗ ਪੰਜਾਬ ਦੀ ਸਿਆਸਤ ਦਾ ਧੁਰਾ ਬਣ ਚੁੱਕੀ ਹੈ ਜਾਂ ਬਣ ਜਾਏਗੀ। ਹੁਣ ਤੱਕ ਸਿੱਧੂ ਮਜੀਠੀਆ ਦੇ ਵਿਚਾਲੇ ਜ਼ੁਬਾਨੀ ਜੰਗ ਹੀ ਹੁੰਦੀ ਰਹੀ ਹੈ, ਉਹ ਚਾਹੇ ਸਿਆਸੀ ਸਟੇਜਾਂ ਦੇ ਉੱਤੇ ਹੋਵੇ ਜਾਂ ਵਿਧਾਨ ਸਭਾ ਦੇ ਅੰਦਰ ਹੋਵੇ। ਪਰ ਹੁਣ ਇਹ ਪਹਿਲੀ ਵਾਰ ਹੈ ਜਦੋਂ ਸਿਆਸੀ ਜੰਗ ਵੋਟਾਂ ਵਾਲੇ ਪਾਸੇ ਚਲੀ ਗਈ ਹੋਵੇ, ਇੱਕੋ ਸੀਟ ਤੋਂ ਦੋਵੇਂ ਆਮੋ ਸਾਹਮਣੇ ਹੋਣ। ਤਾਂ ਕਿ ਸਿੱਧੂ ਤੇ ਮਜੀਠੀਆ ਵਿਚਾਲੇ ਹੀ ਮੁਕਾਬਲਾ ਹੋਵੇਗਾ ਜਾਂ ਫਿਰ ਕੋਈ ਹੋਰ ਪਾਰਟੀ ਵੀ ਇਸ ਸੀਟ ਦੇ ਉੱਤੇ ਧੁਰੰਧਰਾਂ ਦੀ ਲੜਾਈ ਦੇ ਵਿੱਚ ਬਾਜ਼ੀ ਮਾਰ ਸਕਦੀ ਹੈ। ਸਵਾਲ ਤਾਂ ਇਹ ਵੀ ਹੈ ਕਿ ਵੱਡੇ ਚਿਹਰਿਆਂ ਦੀ ਲੜਾਈ ਦੇ ਵਿੱਚ ਕਿ ਇਸ ਹਲਕੇ ਦੇ ਮੁੱਦਿਆਂ ਦਾ ਵੀ ਜ਼ਿਕਰ ਹੋਵੇਗਾ ਜਾਂ ਨਹੀਂ, ਤੇ ਕਿ ਇਹ ਜੰਗ ਦਾ ਅਸਰ ਸਿਰਫ ਈਸਟ ਹਲਕੇ ਤੱਕ ਹੀ ਸੀਮਿਤ ਰਹੇਗਾ ਜਾਂ ਹੋਰ ਸੀਟਾਂ ਤੇ ਵੀ ਇਸ ਦਾ ਅਸਰ ਕੋਈ ਨਜ਼ਰ ਆ ਸਕਦਾ ਹੈ। ਖੈਰ ਅੱਜ ਗੱਲ ਹੋਵੇਗੀ ਈਸਟ ਦੇ ਵਿੱਚ ਬੈਸਟ ਕੌਣ। ਦਾਸ ਅੰਮ੍ਰਿਤਸਰ ਈਸਟ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੂਰਬੀ ਹਲਕੇ ਤੋਂ ਇਲੈਕਸ਼ਨ ਲੜੂਗਾ। ਬਿਕਰਮ ਮਜੀਠੀਆ ਦਾ ਇਹ ਬਿਆਨ ਜਿਸ ਨੇ ਅੰਮ੍ਰਿਤਸਰ ਪੂਰਬੀ ਦੀ ਲੜਾਈ ਨੂੰ ਨਵੀਂ ਉਚਾਈ ਦੇ ਦਿੱਤੀ ਹੈ, ਅੰਮ੍ਰਿਤਸਰ ਪੂਰਬੀ ਦੇ ਸਿਆਸੀ ਰਣ ਦੇ ਵਿੱਚ ਪਹੁੰਚਾ ਲਿਆ ਦਿੱਤਾ ਹੈ। ਬਿਕਰਮ ਮਜੀਠੀਆ ਨੇ ਆਪਣਾ ਹਲਕਾ ਮਜੀਠਾ ਛੱਡਣ ਦਾ ਐਲਾਨ ਕਰ ਦਿੱਤਾ ਹੈ ਅਤੇ ਸਿਆਸੀ ਵਿਰੋਧੀ ਨਵਜੋਤ ਸਿੰਘ ਸਿੱਧੂ ਦੇ ਹਲਕੇ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨ ਦਾ ਐਲਾਨ ਕੀਤਾ ਹੈ। ਦਰਅਸਲ ਜਿਸ ਦਿਨ ਮਜੀਠੀਆ ਨੇ 2 ਥਾਵਾਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ, ਉਸ ਦਿਨ ਨਵਜੋਤ ਸਿੰਘ ਸਿੱਧੂ ਨੇ 2 ਥਾਵਾਂ ਦੀ ਥਾਂ 1 ਸੀਟ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ ਅਤੇ ਨਵਜੋਤ ਸਿੱਧੂ ਦੀ ਇਸ ਚੁਣੌਤੀ ਨੂੰ ਮਜੀਠੀਆ ਨੇ ਕਬੂਲ ਕੀਤਾ ਹੈ। ਜੇ ਇੰਨਾ ਹੀ ਦਮ ਹੈ ਤੇ ਇੰਨਾ ਹੀ ਭਰੋਸਾ ਹੈ ਲੋਕਾਂ ਦੇ ਉੱਤੇ, ਫਿਰ ਛੱਡ ਮਜੀਠਾ ਤੇ ਆ ਕੱਲਾ ਲੜ, ਕੱਲੀ ਸੀਟ ਤੇ ਲੜਨਾ। ਵੈਰੀ ਗੁੱਡ, ਲੜ ਹੈ ਦਮ। ਦਾਸ ਅੰਮ੍ਰਿਤਸਰ ਈਸਟ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪੂਰਬੀ ਹਲਕੇ ਤੋਂ ਇਲੈਕਸ਼ਨ ਲੜੂਗਾ। ਉਸ ਹਲਕੇ 'ਚ ਇੱਕ ਬੰਦੇ ਦੇ ਅਹੰਕਾਰ ਨੂੰ ਭੰਨਣ ਦੀ ਗੱਲ ਹੈ। ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਤੇ ਨਿਸ਼ਾਨੇ ਸਾਧੇ ਅਤੇ ਸਿੱਧੂ ਦੇ ਮਾਡਲ ਤੇ ਵੀ ਸਵਾਲ ਚੁੱਕੇ। ਮਜੀਠੀਆ ਨੇ ਕਿਹਾ ਕਿ ਜਿਸ ਆਦਮੀ ਨੇ 18 ਸਾਲ ਤੋਂ ਅੰਮ੍ਰਿਤਸਰ ਈਸਟ ਦੇ ਵਿੱਚ ਆਪਣਾ ਮਾਡਲ ਲਾਗੂ ਨਹੀਂ ਕੀਤਾ, ਉਹ ਪੰਜਾਬ ਦੇ ਵਿੱਚ ਮਾਡਲ ਕਿਵੇਂ ਲਾਗੂ ਕਰੇਗਾ। ਆਪ ਦੇ 18 ਸਾਲ ਲੋਕਾਂ ਨੂੰ ਝੂਠ ਦਾ ਮਾਡਲ ਪੇਸ਼ ਕੀਤਾ, ਚੀਟ ਦਾ ਮਾਡਲ ਪੇਸ਼ ਕੀਤਾ, ਫਰੇਬ ਦਾ ਮਾਡਲ ਪੇਸ਼ ਕੀਤਾ, ਔਰ ਮਾਡਲ ਆਈ ਵਾਰੀ ਜਦੋਂ ਚੋਣਾਂ ਆਉਂਦੀਆਂ ਦਸੰਬਰ ਦੇ ਮਹੀਨੇ 'ਚ ਨਿਕਲਦਾ ਤੇ ਮਾਰਚ ਦੇ ਮਹੀਨੇ 'ਚ ਗਵਾਚ ਜਾਂਦਾ। ਇੱਕ ਪਾਸੇ ਮਜੀਠੀਆ ਸਿੱਧੂ ਤੇ ਸ਼ਬਦੀ ਵਾਰ ਕਰ ਰਹੇ ਸਨ ਤੇ ਇਸ ਵਿਚਾਲੇ ਮਜੀਠੀਆ ਨੇ ਸਿੱਧੂ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਅਸੀਂ ਸਿੱਧੂ ਨੂੰ ਹੱਸਣਾ ਵੀ ਸਿਖਾਵਾਂਗੇ ਤੇ ਰੋਣਾ ਵੀ ਸਿਖਾਵਾਂਗੇ। ਇਹ ਮੈਂ ਫੋਟੋ ਤਾਂ ਵਿਖਾ ਰਹੀ, ਇਸ ਤਰ੍ਹਾਂ ਹੱਸਣਾ ਵਿਖਾਵਾਂਗੇ, ਇਸ ਤਰ੍ਹਾਂ ਹੱਸਣਾ ਸਿਖਾਵਾਂਗੇ, ਇਸ ਤਰ੍ਹਾਂ ਹੱਸਣਾ ਸਿਖਾਵਾਂਗੇ, ਇਸ ਤਰ੍ਹਾਂ ਹੱਸਿਆ ਕਰੂਗਾ। ਜਦੋਂ ਦਾ ਮੈਨੂੰ ਛੱਡਿਆ ਮੈਨੂੰ ਲੱਗਦਾ ਚਲੇ ਗਿਆ ਡਿਪਰੈਸ਼ਨ। ਬਿਕਰਮ ਮਜੀਠੀਆ ਦੇ ਇਸ ਐਲਾਨ ਤੋਂ ਬਾਅਦ ਅੰਮ੍ਰਿਤਸਰ ਈਸਟ ਦੀ ਸਿਆਸਤ ਦਿਲਚਸਪ ਹੋ ਗਈ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਇਸ ਲੜਾਈ ਨੂੰ ਮੁੱਛ ਦਾ ਸਵਾਲ ਦੱਸ ਰਹੇ ਨੇ, ਬਿਕਰਮ ਮਜੀਠੀਆ ਵੀ ਸਿੱਧੂ ਦਾ ਹੰਕਾਰ ਤੋੜਨ ਦੀ ਗੱਲ ਕਰ ਰਹੇ ਨੇ। 20 ਫਰਵਰੀ ਨੂੰ ਲੋਕ ਕਿਸ ਦੀ ਝੋਲੀ ਦੇ ਵਿੱਚ ਜਿੱਤ ਪਾਉਣਗੇ, ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18। ਤਾਂ ਮਜੀਠੀਆ ਨੇ ਤਾਂ ਸਾਫ਼ ਕਰ ਦਿੱਤਾ ਕਿ ਉਹ ਮਜੀਠਾ ਛੱਡ ਕੇ ਇੱਕੋ ਸੀਟ ਤੋਂ ਹੁਣ ਚੋਣ ਲੜਨਗੇ ਤੇ ਉਹ ਸੀਟ ਹੋਵੇਗੀ ਅੰਮ੍ਰਿਤਸਰ ਈਸਟ ਦੀ। ਤੇ ਇਸ ਵਿਚਾਲੇ ਨਵਜੋਤ ਸਿੰਘ ਸਿੱਧੂ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ। ਇਹਨਾਂ ਨੂੰ ਇਹ ਡਰ ਹੈ ਇਹ ਸਾਰੇ ਚੋਰਾਂ ਨੂੰ। ਦੇਖੋ ਇਹ ਆਲ ਇਨ ਵਨ ਮਾਫੀਆ, ਮੈਂ ਤਾਂ ਕਿਹਾ ਸੀ ਉਦੋਂ ਰੇਤ ਵੇਚਦੇ ਰਹੇ ਨੇ, 40-40 ਕਰੋੜ ਜਮ੍ਹਾਂ ਕਰਾਉਂਦੇ ਨੇ, ਜਿੱਥੇ ਹਫ਼ਤੇ ਦੇ ਵਿੱਚ ਅਸੀਂ 50 ਕਰੋੜ ਰੁਪਇਆ ਕਰਾਂਗੇ। ਠੀਕ ਹੈ, ਇਹ ਹੋਰ ਦੇਖ ਲਓ ਤੁਸੀਂ ਕਿੰਨਾ ਹੀ ਕੁਛ ਕਰਦੇ ਰਹੇ ਨੇ, ਕਿੰਨਾ ਹੀ ਕੁਛ। ਬੱਸਾਂ ਸਾਰੀ ਸੰਦੀਪ ਟਰਾਂਸਪੋਰਟ, ਮਾਧੋਕੇ ਟਰਾਂਸਪੋਰਟ, ਇਹ ਆ ਲੰਬੂ, ਇਹਨੂੰ ਤਾਕਤ ਤਾਂ ਦਿਓ, ਇਹ ਉਦੋਂ ਹੀ ਭੁੰਦਰ ਜਾਂਦਾ, ਉਦੋਂ ਹੀ ਭੁੰਦਰ ਜਾ ਡਾਕੂ ਬਣ ਜਾਂਦਾ। ਐ ਨਾ ਕਿਰਪਾਨਾਂ ਰੱਖ ਕੇ ਗਲ ਦੇ ਉੱਤੇ ਸੰਦੀਪ ਟਰਾਂਸਪੋਰਟ ਤੇ ਮਾਧੋਕੇ ਟਰਾਂਸਪੋਰਟ, ਉਹਨੂੰ ਕਹਿੰਦਾ ਬੱਸਾਂ ਦੇ ਦੀਪਕ ਢਾਬਾ। ਠੀਕ ਹੈ, ਇਹਨਾਂ ਨੇ ਢਾਬੇ ਨਹੀਂ ਛੱਡੇ, ਫਰੌਤੀਆਂ ਵਾਲੇ ਬੰਦੇ ਨੇ ਇਹ। ਹਰੇਕ ਬੰਦੇ ਦਾ ਬਿਜ਼ਨਸ ਹੋਣਗੇ, ਤੁਸੀਂ ਬਦਮਾਸ਼ਵਾਰ ਨੇ ਸ਼ਹਿਰਾਂ 'ਚ।
ਤਾਂ ਹੋਰ ਵੀ ਦਿਲਚਸਪ ਜੰਗ ਲਾਜ਼ਮੀ ਤੌਰ ਦੇ ਉੱਤੇ ਹੋ ਚੁੱਕੀ ਹੈ। ਜਿਸ ਤਰੀਕੇ ਨਾਲ ਹੁਣ ਸਿੱਧੂ ਵਰਸਸ ਮਜੀਠੀਆ ਨੇ ਇੱਕੋ ਸੀਟ ਦੇ ਉੱਤੇ, ਪਹਿਲਾਂ ਲੱਗ ਰਿਹਾ ਸੀ ਕਿ ਬਿਕਰਮ ਮਜੀਠੀਆ 2 ਸੀਟਾਂ ਦੇ ਉੱਤੇ ਹੋਣਗੇ, ਪਰ ਹੁਣ ਇੱਕੋ ਸੀਟ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਇਸ ਦੇ ਉੱਤੇ ਗੱਲਬਾਤ ਹੋਏਗੀ। ਸਾਡੇ ਨਾਲ ਜਿਹੜੇ ਮਹਿਮਾਨ ਸਾਡੇ ਜੁੜ ਰਹੇ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਤਾਰਫ ਕਰਵਾਉਂਦੇ ਆ। ਸੁਰਿੰਦਰ ਡੱਲਾ ਸਾਡੇ ਨਾਲ ਜੁੜ ਰਹੇ ਨੇ, ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ। ਸੁਰਿੰਦਰ ਡੱਲਾ ਜੀ, ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਮੋਹਿਤ ਗੁਪਤਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਮੋਹਿਤ ਜੀ ਸਵਾਗਤ ਹੈ। ਕਮਲ ਸੋਈ ਸਾਡੇ ਨਾਲ ਜੁੜ ਰਹੇ ਨੇ, ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸੋਈ ਸਾਹਿਬ ਸਵਾਗਤ ਹੈ। ਤੇ ਰਵਿੰਦਰ ਰਾਜਪੁਰਾ ਸਾਡੇ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਰਵਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਸੁਰਿੰਦਰ ਡੱਲਾ ਜੀ ਤੁਹਾਡੇ ਤੋਂ। ਤੁਸੀਂ ਕਹਿ ਰਹੇ ਸੀ ਚੈਲੰਜ, ਤੇ ਹੁਣ ਚੈਲੰਜ ਹੋ ਗਿਆ ਕਬੂਲ। ਹੁਣ ਆਮੋ ਸਾਹਮਣੇ ਇੱਕੋ ਸੀਟ ਤੇ ਮੁਕਾਬਲਾ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦਾ। ਦੇਖੋ, ਸਭ ਤੋਂ ਪਹਿਲਾਂ ਤਾਂ ਵੈਲਕਮ ਹੈ। ਇਸ ਕਰਕੇ ਵੈਲਕਮ ਹੈ ਕਿ ਉਹ ਇੱਕ ਸੀਟ ਛੱਡ ਕੇ ਆਏ ਨੇ। ਦੂਸਰਾ, ਉਹਦੇ ਪਿੱਛੇ ਕਾਰਨ ਸਮਝੀਏ। ਜਿਸ ਤਰ੍ਹਾਂ ਦੇ ਸਰਵੇਖਣ ਆ ਰਹੇ ਨੇ, ਜਿਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ, ਮਜੀਠਾ ਹਲਕੇ ਤੋਂ ਇਸ ਵਾਰ ਸਰਦਾਰ ਬਿਕਰਮ ਸਿੰਘ ਮਜੀਠੀਏ ਦੇ ਲਈ ਲੜਾਈ ਬਹੁਤ ਔਖੀ ਸੀ ਕਿਤੇ ਨਾ ਕਿਤੇ। ਮੈਨੂੰ ਇਹ ਲੱਗ ਰਿਹਾ ਹੈ, ਜਿਸ ਤਰ੍ਹਾਂ ਦੇ ਸਰਵੇਖਣ ਆ ਰਹੇ ਨੇ, ਉੱਥੇ ਇਸ ਵਕਤ ਇੰਨਾ ਫਸਮਾ ਮੁਕਾਬਲਾ ਹੈ ਕਿ ਉੱਥੇ ਬਿਕਰਮ ਮਜੀਠੀਆ ਆਸਾਨੀ ਨਾਲ ਜਿੱਤ ਨਹੀਂ ਰਹੇ ਸੀ, ਪਰ ਕਿਤੇ ਨਾ ਕਿਤੇ ਉੱਥੇ ਵੀ ਹਾਰ ਦਾ ਡਰ ਅਕਾਲੀ ਦਲ ਨੂੰ ਹੈ। ਇਸ ਕਰਕੇ ਸ਼ਾਇਦ ਉਹਨਾਂ ਨੇ ਸੁਰੱਖਿਅਤ ਰਾਹ ਚੁਣ ਲਿਆ ਕਿ ਇੱਥੇ ਪਰਿਵਾਰ ਦੇ ਮੈਂਬਰ ਨੂੰ ਸੀਟ ਛੱਡੀ ਜਾਵੇ ਤੇ ਅਸੀਂ ਹੁਣ ਈਸਟ ਹਲਕੇ ਤੇ ਆਈਏ। ਈਸਟ ਹਲਕੇ ਦੇ ਵਿੱਚ ਵੈਲਕਮ ਹੈ, ਡੈਮੋਕ੍ਰੇਸੀ ਹੈ। ਮੇਰਾ ਇਹ ਮੰਨਣਾ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਜਿਹੜੇ ਰਿਫਾਰਮਸ ਕਰਨੇ ਚਾਹੀਦੇ ਨੇ, ਉਹਦੇ ਵਿੱਚ ਇਹ ਗੱਲ ਲਾਜ਼ਮੀ ਤੌਰ ਤੇ ਕਰਨੀ ਚਾਹੀਦੀ ਹੈ ਕਿ ਕੋਈ ਵੀ ਉਮੀਦਵਾਰ 2 ਸੀਟਾਂ ਤੋਂ ਚੋਣ ਨਾ ਲੜ ਸਕੇ। ਕਿਉਂਕਿ ਜਦੋਂ ਤੁਸੀਂ 2 ਸੀਟਾਂ ਤੋਂ ਲੜਦੇ ਹੋ, ਅਗਰ ਦੋਹਾਂ ਤੋਂ ਜਿੱਤੋਗੇ ਤੇ ਤੁਸੀਂ ਫਿਰ ਇੱਕ ਤੋਂ ਅਸਤੀਫਾ ਦਿਓਗੇ ਤੇ ਫਿਰ ਦੁਬਾਰਾ ਵੋਟਾਂ ਹੋਣਗੀਆਂ। ਸੋ ਇਹ ਵੈਲਕਮ ਹੈ। ਅਗਰ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਸਾਹਮਣੇ ਈਸਟ ਹਲਕੇ 'ਚ ਲੜਨਗੇ, ਉਹਨਾਂ ਦਾ ਵੈਲਕਮ। ਨਹੀਂ ਦੇਖੋ ਸਰ, ਹੁਣ ਲੋਕਾਂ ਦੇ ਵਿੱਚ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੇ ਉਹਨਾਂ ਦੀ ਪਾਰਟੀ ਦੇ ਮੁੱਖ ਮੰਤਰੀ ਮੌਜੂਦਾ ਸਮੇਂ ਵਾਲੇ 2 ਸੀਟਾਂ ਤੋਂ ਲੜ ਰਹੇ ਨੇ। ਉਹ ਲੋਕ ਤੁਹਾਨੂੰ ਸਵਾਲ ਪੁੱਛਣਗੇ, ਇਨਫੈਕਟ ਜਿਹੜੇ ਬਾਕੀ ਮਹਿਮਾਨ ਜੁੜੇ ਹੋਏ ਨੇ ਉਹ ਵੀ ਪੁੱਛਣਗੇ। ਪਰ ਮੈਂ ਵਾਪਸ ਆਉਣਾ ਉਸ ਗੱਲ ਦੇ ਉੱਤੇ। ਤੁਸੀਂ ਕਹਿ ਰਹੇ ਹੋ ਕਿ ਬਿਕਰਮ ਮਜੀਠੀਆ ਮਜੀਠੇ ਤੋਂ ਹਾਰ ਰਹੇ ਸੀ, ਇਸ ਕਰਕੇ ਉਹਨਾਂ ਨੇ ਉਹ ਸੀਟ ਛੱਡੀ। ਜੀ ਬਿਲਕੁਲ, ਇਸ ਤਰੀਕੇ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਮਜੀਠਾ ਹਲਕੇ ਤੋਂ ਕਾਫੀ ਜ਼ਿਆਦਾ ਪਿੱਛੇ ਨੇ ਇਸ ਵਾਰ। ਕਈ ਤਰ੍ਹਾਂ ਦੇ ਜਿਹੜੇ ਸਰਵੇਖਣ ਹੁੰਦੇ ਨੇ ਅੱਜ ਕੱਲ, ਮੇਰਾ ਵੀ ਇਹ ਅਨੁਮਾਨਿਤ ਸਰਵੇਖਣ ਸੀ ਕਿ ਉਹ ਕਾਫੀ ਇਸ ਵਾਰ ਉੱਥੇ ਕਮਜ਼ੋਰ ਨੇ। ਔਰ ਉੱਥੇ ਤੁਸੀਂ ਦੇਖਿਓ ਅਕਾਲੀ ਦਲ, ਮੈਨੂੰ ਨਹੀਂ ਲੱਗਦਾ ਕਿ ਮਜੀਠਾ ਹਲਕੇ ਤੋਂ ਅਕਾਲੀ ਦਲ ਜਿੱਤ ਸਕੇਗਾ। ਚਲੋ, ਬਿਕਰਮ ਮਜੀਠੀਆ ਜੀ ਦੀ ਧਰਮ ਪਤਨੀ ਸਾਡੀ ਭੈਣ ਉੱਥੇ ਚੋਣ ਲੜਨ ਆ ਰਹੇ ਨੇ, ਉਹਨਾਂ ਦਾ ਵੀ ਵੈਲਕਮ ਹੈ। ਹਰ ਕਿਸੇ ਨੂੰ ਦੇਖੋ ਹੱਕ ਹੈ ਚੋਣ ਲੜਨ ਦਾ। ਗੌਰਵ ਜੀ, ਜਿੱਥੋਂ ਤੱਕ ਈਸਟ ਦੀ ਗੱਲ ਰਹਿ ਗਈ, ਜਿੱਥੋਂ ਤੱਕ ਈਸਟ ਹਲਕੇ ਦੀ ਗੌਰਵ ਦੀ ਗੱਲ ਰਹਿ ਗਈ, ਈਸਟ ਹਲਕੇ ਦੇ ਵਿੱਚ ਕਿਉਂਕਿ ਜਦੋਂ ਤਾਂ 9 ਮਾਸ ਦਾ ਰਿਸ਼ਤਾ ਸੀ, ਜਦੋਂ ਤਾਂ ਅਕਾਲੀ ਦਲ ਤੇ ਬੀਜੇਪੀ ਇਕੱਠੇ ਸੀ, ਉਦੋਂ ਜੇਤਲੀ ਸਾਹਿਬ ਨੂੰ ਨਹੀਂ ਜਿਤਾ ਸਕੇ ਇਕੱਠੇ ਹੋ ਕੇ ਅਕਾਲੀ ਦਲ ਤੇ ਬੀਜੇਪੀ ਵਾਲੇ। ਤੇ ਹੁਣ ਜਦੋਂ 9 ਮਾਸ ਟੁੱਟ ਚੁੱਕਿਆ, ਜਦੋਂ ਪੋਲੀਟੀਕਲ ਬੇਵਫਾਈ ਹੋ ਚੁੱਕੀ ਹੈ, ਅਕਾਲੀ ਦਲ ਅਲੱਗ ਹੈ, ਭਾਰਤੀ ਜਨਤਾ ਪਾਰਟੀ ਅਲੱਗ ਹੈ, ਇਹ ਅਸੰਭਵ ਹੈ ਕਿ ਅਕਾਲੀ ਦਲ ਈਸਟ ਹਲਕੇ ਦੇ ਵਿੱਚੋਂ ਜਿੱਤੇ। ਔਰ ਦੂਸਰਾ, ਮੈਂ ਹਮੇਸ਼ਾ ਕਹਿਣਾ, ਮੈਂ ਜਦੋਂ ਵੀ ਈਸਟ ਹਲਕੇ 'ਚ ਜਾਣਾ, ਨਵਜੋਤ ਸਿੰਘ ਸਿੱਧੂ ਈਸਟ ਹਲਕੇ 'ਚ ਪਰਿਵਾਰਕ ਮੈਂਬਰ ਦੀ ਤਰ੍ਹਾਂ ਵਿਚਰਦੇ ਨੇ। ਉਹਨਾਂ ਦੀ ਧਰਮ ਪਤਨੀ ਸਾਡੇ ਵੱਡੇ ਭੈਣ ਡਾਕਟਰ ਨਵਜੋਤ ਕੌਰ ਵੀ ਪਰਿਵਾਰਕ ਮੈਂਬਰ ਦੀ ਤਰ੍ਹਾਂ ਵਿਚਰਦੇ ਨੇ। ਇਸ ਕਰਕੇ ਡੈਮੋਕ੍ਰੇਸੀ 'ਚ ਨਵਜੋਤ ਸਿੰਘ ਸਿੱਧੂ ਨੇ ਆਪਣੇ ਇਲਾਕੇ ਦੇ ਲਈ ਲਗਾਤਾਰ ਡਿਵੈਲਪਮੈਂਟ ਦੇ ਕੰਮ ਵੀ ਕੀਤੇ ਨੇ ਔਰ ਆਵਾਜ਼ ਬੁਲੰਦ ਕੀਤੀ। ਔਰ ਬਹੁਤ ਵੱਡੀ ਗੱਲ, ਨਵਜੋਤ ਸਿੰਘ ਸਿੱਧੂ ਨੇ ਕਦੇ ਵੀ ਨਜਾਇਜ਼ FIR ਨਹੀਂ ਕਰਾਈ, ਕਿਉਂਕਿ ਅੱਜ ਕੱਲ ਪੋਲੀਟੀਕਲ ਸਿਸਟਮ ਇਹੋ ਜਿਹਾ ਹੋ ਗਿਆ ਕਿ ਜਿਹਦੇ ਨਾਲ ਤੁਹਾਡੀ ਪੋਲੀਟੀਕਲੀ ਸਾਂਝ ਠੀਕ ਨਹੀਂ ਹੈ ਜਾਂ ਜਿਹਦੇ ਨਾਲ ਇਲੈਕਸ਼ਨਾਂ ਦੇ ਵਿੱਚ ਤੁਹਾਡਾ ਮਨ ਮੁਟਾਵ ਹੈ, ਉਹਦੇ ਤੇ ਪਰਚਾ ਕਰਾ ਦਿਓ। ਤੁਹਾਨੂੰ ਪਤਾ ਹੈ ਅਕਾਲੀ ਦਲ ਦੇ ਰਾਜ 'ਚ ਕਿੰਨੇ ਝੂਠੇ ਪਰਚੇ ਹੋਏ। ਚਲੋ ਠੀਕ ਹੈ, ਮੈਂ ਉਸ ਪੁਆਇੰਟ ਦੇ ਉੱਤੇ ਆਉਂਗਾ। ਸੁਰਿੰਦਰ ਡੱਲਾ ਜੀ, ਮੈਂ ਤੁਹਾਡੇ ਕੋਲ ਆਉਂਗਾ ਉਸ ਪੁਆਇੰਟ ਦੇ ਉੱਤੇ। ਦੇਖੋ, ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਜਦੋਂ ਤੁਸੀਂ ਉਂਗਲਾਂ ਚੁੱਕ ਰਹੇ ਹੋ ਤਾਂ ਫਿਰ ਉਂਗਲਾਂ ਕਈ ਪਾਸੇ ਜਾਂਦੀਆਂ ਨੇ। ਉਹ ਕੁਝ ਕਾਂਗਰਸ ਪਾਰਟੀ ਵਾਲੇ ਪਾਸੇ ਵੀ ਪਹੁੰਚ ਰਹੀਆਂ ਨੇ, ਡਬਲ ਸੀਟ ਤੋਂ ਚੋਣ ਲੜਨ ਵਾਲੀ, ਦੇਖੋ ਪਰਚਿਆਂ ਵਾਲੀ। ਅਕਾਲੀ ਦਲ ਤੁਹਾਡੇ ਉੱਤੇ ਇਲਜ਼ਾਮ ਲਗਾਉਂਦਾ ਹੈ, ਕਾਂਗਰਸ ਦੇ ਉੱਤੇ। ਚਲੋ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਇੱਕ ਵਾਰ ਸਾਰੇ ਮਹਿਮਾਨਾਂ ਨੂੰ ਆਪਾਂ ਐਡ ਕਰ ਲਈ। ਅਗਰ ਕਿਸੇ ਕਾਂਗਰਸ ਦੇ MLA ਨੇ ਜਾਂ ਮੰਤਰੀ ਨੇ ਵੀ ਗਲਤ FIR ਦਰਜ ਕਰਾਈ ਕਿਸੇ ਤੇ, ਉਹ ਗਲਤ ਹੈ, ਉਹ ਨਹੀਂ ਹੋਣੀ ਚਾਹੀਦੀ, ਨਹੀਂ ਹੋਣੀ ਚਾਹੀਦੀ। ਉਹ ਤਾਂ ਅਕਾਲੀ ਦਲ ਵੀ ਇਹੀ ਗੱਲ ਕਹੇਗਾ, ਆਮ ਆਦਮੀ ਪਾਰਟੀ ਵੀ, ਬੀਜੇਪੀ ਵੀ, ਹਰ ਪੋਲੀਟੀਕਲ ਪਾਰਟੀ ਕਹੇਗੀ। ਪਰ ਫਿਰ ਇਲਜ਼ਾਮ ਵੀ ਲੱਗਦੇ ਨੇ ਕਿ ਤੁਸੀਂ ਕਰਵਾਤੀ ਜਾਂ ਤੁਸੀਂ ਪਰਚੇ ਕਰਵਾਏ ਸੀ।
खैर मैं आगे बढ़ता है इस चर्चा नवजोत ਸਿੰਘ ਸਿੱਧੂ ਨੇ ਕਿਸੇ ਨੇ ਨਹੀਂ ਕਰਾਇਆ। मैं सर ਤੁਹਾਡੇ ਕੋਲ ਆਵਾਂਗਾ। ਨਵਜੋਤ ਸਿੰਘ ਸਿੱਧੂ ਨੇ ਨਹੀਂ ਕਰਾਇਆ। ਠੀਕ ਹੈ, ਮੋਹਿਤ ਗੁਪਤਾ ਜੀ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਤੋਂ। ਮੋਹਿਤ ਗੁਪਤਾ ਜੀ, ਦੇਖੋ ਪਹਿਲਾ ਪੁਆਇੰਟ ਇਹ ਹੈ, ਤੁਸੀਂ ਮਜੀਠਾ ਹਲਕਾ ਛੱਡਿਆ ਬਿਕਰਮ ਮਜੀਠੀਆ ਨੇ, ਤੇ ਹੁਣ ਕਾਂਗਰਸ ਇਹ ਵੀ ਕਹਿ ਰਹੀ ਹੈ ਕਿ ਤੁਹਾਨੂੰ ਉੱਥੇ ਆਪਣੀ ਕੁਰਸੀ ਜਾਣ ਦਾ ਵੀ ਖਤਰਾ ਸੀ ਵਿਧਾਇਕ ਵਾਲੀ। ਇਸ ਕਰਕੇ ਇੱਕ ਪੁਆਇੰਟ ਤਾਂ ਇਹ ਹੈ ਕਿ ਤੁਸੀਂ ਉੱਥੋਂ ਛੱਡ ਕੇ ਆ ਗਏ ਔਰ ਹੁਣ ਪਰਿਵਾਰ ਦੇ ਦੂਜੇ ਮੈਂਬਰ ਨੂੰ ਤੁਸੀਂ ਇਹ ਉੱਥੋਂ ਲੜਨ ਦੇ ਲਈ ਕਹਿ ਦਿੱਤਾ। ਦੇਖੋ ਗੌਰਵ ਜੀ, ਮੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਐਡਵਾਈਜ਼ਰ ਸਾਹਿਬ ਨੇ ਨਵਜੋਤ ਸਿੱਧੂ ਜੀ ਦੇ, ਉਹਨਾਂ ਨੇ ਸਾਰੀਆਂ ਗੱਲਾਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ 'ਚ ਮੈਂ ਤੁਹਾਨੂੰ ਗੱਲ ਦੱਸਦਾ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਨੇ ਆਪਦੀ ਆਦਤ ਦੀ ਤਰ੍ਹਾਂ ਬਿਕਰਮਜੀਤ ਸਿੰਘ ਮਜੀਠਾ ਨੂੰ ਲਲਕਾਰਿਆ ਸੀ ਔਰ ਉਹਨਾਂ ਨੇ ਲਲਕਾਰ ਸਵੀਕਾਰ ਕੀਤੀ। ਅੰਮ੍ਰਿਤਸਰ ਈਸਟ ਤੋਂ ਚੁਣਾਵ ਦਾ ਪਰਚਾ ਭਰਿਆ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜੀ ਦਾ ਮਾਨਸਿਕ ਸੰਤੁਲਨ ਹੈ ਜਿਹੜਾ ਉਹ ਖਰਾਬ ਹੋ ਗਿਆ, ਗੜਬੜਾ ਗਿਆ ਉਹਨਾਂ ਦਾ ਮਾਨਸਿਕ ਸੰਤੁਲਨ, ਔਰ ਉਹ ਬਾਰ-ਬਾਰ ਕਹਿਣ ਲੱਗੇ ਜੀ ਮੈਂ ਇਹ ਤਾਕਤ ਹੈ ਤਾਂ ਇਕੱਲਾ ਈਸਟ ਤੋਂ ਲੜੇ। ਤਾਂ ਜਿਹੜੇ ਮਜੀਠਾ ਜਿਹੜੀ ਇਹ ਗੱਲ ਕਹਿ ਰਹੇ ਸੀ ਵੀ ਮਜੀਠੇ ਤੋਂ ਹਾਰ ਰਹੇ ਹੈ, ਮਜੀਠੇ ਤੋਂ ਵੀ ਤੇ ਅੰਮ੍ਰਿਤਸਰ ਈਸਟ ਤੋਂ ਵੀ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਦੋਨੇ ਸੀਟਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਲੀਡ ਨਾਲ ਜਿੱਤੂਗਾ, ਬਹੁਤ ਵੱਡੀ ਲੀਡ ਨਾਲ। ਕਿਉਂਕਿ ਸਰਦਾਰ ਬਿਕਰਮਜੀਤ ਸਿੰਘ ਮਜੀਠਾ ਨੇ ਕਿਹਾ ਸੀ ਵੀ ਆ ਜਾਓ ਨਵਜੋਤ ਜੀ, ਮੈਂ ਤੁਹਾਡੇ ਮੁਕਾਬਲੇ ਆ ਗਿਆ ਈਸਟ ਤੇ, ਹੁਣ ਤੁਸੀਂ ਵੀ ਮਜੀਠੇ ਆ ਜਾਓ, ਕਰ ਲੈਂਦੇ ਆਪਾਂ ਦੋ ਹੱਥ, ਦਿਖਾ ਦਿੰਦੇ ਆ ਕੌਣ ਜ਼ਿਆਦਾ ਪਾਪੂਲਰ ਹੈ। ਔਰ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਉਹਨਾਂ ਦੇ ਰਿਕਾਰਡਡ ਬਿਆਨ ਨੇ, 18 ਸਾਲ ਉਹਨਾਂ ਨੇ ਅੰਮ੍ਰਿਤਸਰ ਹੋ ਗਏ ਰਾਜਨੀਤੀ ਕਰਦਿਆਂ ਨੂੰ। 18 ਸਾਲ ਚੋਂ ਪਹਿਲਾਂ ਹਰ ਵਾਰੀ ਉਹ ਰੋਪ ਲਾਉਂਦੇ ਰਹੇ ਮੇਰੇ ਕੋਲੇ ਤਾਕਤ ਨਹੀਂ ਰਹੀ, ਮੇਰੇ ਕੋਲੇ ਪਾਵਰ ਨਹੀਂ ਰਹੀ। ਪਿਛਲੇ 5 ਸਾਲ ਦੀ ਸਰਕਾਰ ਚੋਂ 2.5 ਸਾਲ ਉਸ ਮਹਿਕਮੇ ਦੇ ਵਜ਼ੀਰ ਰਹੇ ਜਿਹਦਾ ਸ਼ਹਿਰਾਂ ਦੇ ਵਿਕਾਸ ਨਾਲ ਸਿੱਧਾ ਤੇ ਸਿੱਧਾ ਕੰਸਰਨ ਹੈ। ਉਹ ਅੰਮ੍ਰਿਤਸਰ 'ਚ ਇੱਕ ਵੀ ਕੋਈ ਵੱਡਾ ਪ੍ਰੋਜੈਕਟ, ਇੱਕ ਵੀ ਕੋਈ ਐਸਾ ਜਿਹਦੀ ਜਾਤ ਦੇ ਤੌਰ ਤੇ ਹੋਵੇ ਉਹ ਨਹੀਂ ਲੈ ਕੇ ਆਏ। ਦੂਸਰੀ ਗੱਲ ਜਿਹੜੀ ਡੱਲਾ ਸਾਹਿਬ ਕਹਿ ਰਹੇ ਸੀ, ਬਾਰ-ਬਾਰ ਗੱਲ ਕਹਿ ਰਹੇ ਹੈ, ਇਹਨਾਂ ਨੇ ਆਪ ਹੀ ਗੱਲ ਕਹਿਤੀ ਵੀ ਉਹਨਾਂ ਨੂੰ ਬੜਾ ਸੁਰੱਖਿਅਤ ਰਾਹ ਮਜੀਠਾ ਸਾਹਿਬ ਨੂੰ ਈਸਟ ਦਾ ਲੱਗਦਾ ਹੈ। ਇਹ ਤਾਂ ਦੇਖੋ ਜੀ, ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਇਹ ਗੱਲ ਕਹਿੰਦੇ ਹੈ, ਉਹ ਕਹਿੰਦੇ ਵੀ ਨਾਈਆ ਬਾਲ ਕਿੱਡੇ ਕਿੱਡੇ, ਉਹ ਕਹਿੰਦਾ ਵੀ 10 ਮਿੰਟ ਖੜ ਜਾ ਜਮਾਨਾ ਸਾਹਮਣੇ ਆ ਜਾਣਗੇ। ਇਹਨਾਂ ਨੂੰ ਸਾਰਾ ਕੁਝ 10 ਮਾਰਚ ਨੂੰ ਪਤਾ ਲੱਗ ਜਾਊਗਾ ਜਦੋਂ ਨਵਜੋਤ ਸਿੰਘ ਸਿੱਧੂ ਤੇ ਮੈਡਮ ਸਿੱਧੂ ਦਾ ਜਿਹੜਾ ਬਿਸਤਰਾ ਪੈਕ ਹੋ ਕੇ ਪਟਿਆਲੇ ਪਹੁੰਚ ਜਾਊਗਾ। ਇਹ ਅੰਮ੍ਰਿਤਸਰ ਦੇ ਲੋਕ, ਮੈਂ ਵੀ 3 ਦਿਨ ਕੰਪੇਨ 'ਚ ਰਿਹਾ ਅੰਮ੍ਰਿਤਸਰ ਦੇ ਜਿਹੜੇ। ਮੋਹਿਤ ਗੁਪਤਾ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ ਪਲੀਜ਼। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਰਿਐਕਸ਼ਨ ਲੈ ਲਾ, ਇੱਕ ਵਾਰੀ ਸਾਰੇ ਮਹਿਮਾਨਾਂ ਨੂੰ ਐਡ ਕਰੂੰਗਾ। ਸੁਰਿੰਦਰ ਡੱਲਾ ਜੀ ਦਾਵਾ ਕਰ ਰਹੇ ਨੇ ਅਕਾਲੀ ਦਲ ਦੇ ਆਗੂ ਦੋਵੇਂ ਸੀਟਾਂ ਤੇ ਜਿੱਤ ਹਾਸਲ ਕਰਨਗੇ। ਗੌਰਵ ਜੀ ਈਸਟ ਜ਼ਿਆਦਾ ਫੋਕਸ ਕਰ ਰਹੇ ਨੇ। ਗੌਰਵ ਜੀ ਡੱਲਾ ਜੀ, ਗੌਰਵ ਜੀ ਇੱਕ ਚੀਜ਼ ਦਾ ਮੈਨੂੰ ਹੋਰ ਜਵਾਬ ਦੇ ਦਿੰਦੇ। ਮੋਹਿਤ ਜੀ ਤੁਸੀਂ ਗੱਲ ਕੀਤੀ, ਗੌਰਵ ਜੀ ਇੱਕ ਚੀਜ਼ ਦਾ ਮੈਨੂੰ ਜਵਾਬ ਦੇ ਦਿੰਦੇ ਹੋ, ਪਰਚੇ ਦੀ ਗੱਲ ਕਰਦੇ ਆ। 30 ਸੈਕਿੰਡਸ ਦਿਓ ਪਲੀਜ਼। ਮੈਂ ਮੋਹਿਤ ਜੀ ਨੂੰ ਬੇਨਤੀ ਕਰੂੰਗਾ ਕਿ ਮੈਂ ਮੋਹਿਤ ਜੀ ਆ ਰਿਹਾ ਤੁਹਾਡੇ ਕੋਲ ਪਰਚਿਆਂ ਵਾਲੇ ਮੁੱਦੇ ਤੇ ਤੁਸੀਂ ਆਪਣੀ ਸਟੇਟਮੈਂਟ ਦਿਓ। ਡੱਲਾ ਜੀ ਕੰਪਲੀਟ ਕਰ ਲਓ ਇੱਕ ਵਾਰੀ। ਅਸੀਂ ਇਹੋ ਜਿਹੇ ਸ਼ਬਦਾਂ ਨੂੰ ਗਰੇਜ਼ ਕਰੀਏ, ਇਹੋ ਜਿਹੇ ਸ਼ਬਦਾਂ ਨੂੰ ਗਰੇਜ਼ ਕਰੀਏ ਬਿਕਰਮ ਮਜੀਠੀਆ ਦੇ ਔਰ ਨਵਜੋਤ ਸਿੰਘ ਸਿੱਧੂ ਦੋਹਾਂ ਦੀ ਜਿਹੜੀ ਸਿਆਸੀ ਸ਼ਬਦਾਵਲੀ ਹੈ ਉਹਨਾਂ ਨੂੰ ਇੱਕ ਦੂਜੇ ਤੱਕ ਰਹਿਣ ਦੀਏ। ਅਸੀਂ ਇਸ ਸ਼ਬਦਾਵਲੀ ਨੂੰ ਅਵੋਇਡ ਕਰੀਏ, ਕਿਉਂਕਿ ਮੈਂ ਕਦੀ ਵੀ ਬਿਕਰਮ ਮਜੀਠੀਆ ਬਾਰੇ ਉਹ ਸ਼ਬਦ ਨਹੀਂ ਵਰਤਦਾ ਜਿਹੜਾ ਵਿਰੋਧੀ ਪਾਰਟੀਆਂ ਵਾਲੇ ਵਰਤਦੇ ਨੇ, ਜਿਹੜੇ ਆਪ ਵਾਲੇ ਵੀ ਵਰਤਦੇ ਨੇ। ਭਾਵੇਂ ਕੇਜਰੀਵਾਲ ਨੇ ਬਾਅਦ ਚ ਮਾਫੀ ਮੰਗ ਲਈ, ਮੈਂ ਇਸ ਤਰੀਕੇ ਦੀ ਨਿਮਨ ਸਤਰ ਦੇ ਸ਼ਬਦਾਵਲੀ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਦੂਸਰੀ ਗੱਲ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜਿਹੜੀ ਸਿਆਸਤ ਹੈ ਉਹ ਹੁਣ ਲੋਕਾਂ ਨੇ ਡਿਸਾਈਡ ਕਰਨੀ ਹੈ ਈਸਟ ਹਲਕੇ। ਉਹ ਮੈਂ ਪਹਿਲਾਂ ਹੀ ਵੈਲਕਮ ਕਹਿਤਾ, ਜਦੋਂ ਹੁਣ ਉਹਨਾਂ ਨੇ, ਜੇ ਨਵਜੋਤ ਸਿੰਘ ਸਿੱਧੂ ਨੇ ਲਲਕਾਰਿਆ ਸੀ ਤੇ ਜੇ ਬਿਕਰਮ ਮਜੀਠੀਆ ਨੇ ਕੋਈ ਵੀ ਕਾਰਨ ਹੋਵੇ ਮਜੀਠਾ ਹਲਕਾ ਛੱਡਣ ਦਾ, ਅਗਰ ਛੱਡ ਕੇ ਆ ਗਏ ਨੇ ਫਿਰ ਵੈਲਕਮ ਹੈ। ਹੁਣ ਤਾਂ ਲੋਕ ਫੈਸਲਾ ਕਰਨਗੇ ਨਾ। ਹੁਣ ਤਾਂ ਗੱਲ ਇਹ ਹੋਏਗੀ ਕਿ ਅਕਾਲੀ ਦਲ ਦਾ ਪੁਰਾਣਾ ਰਿਕਾਰਡ ਕੀ ਰਿਹਾ। ਬਿਕਰਮ ਮਜੀਠੀਆ ਦਾ ਪੁਰਾਣਾ ਰਿਕਾਰਡ ਇਹ ਹੈ ਅਕਾਲੀ ਦਲ ਦਾ ਕਿ ਤੁਸੀਂ ਅਰੁਣ ਜੇਤਲੀ ਸਾਹਿਬ ਨੂੰ ਨਹੀਂ ਜਿਤਾ ਸਕੇ ਜਦੋਂ ਬੀਜੇਪੀ ਤੇ ਅਕਾਲੀ ਦਲ ਇਕੱਠੇ ਸੀ ਈਸਟ ਹਲਕੇ ਚੋਂ ਜਾਂ ਅੰਮ੍ਰਿਤਸਰ ਦੇ ਹਲਕਿਆਂ ਚੋਂ, ਤੇ ਇਸ ਵਾਰ ਅਲੱਗ ਹੋ ਕੇ ਕਿੱਥੋਂ ਜਿੱਤ ਜਾਓਗੇ? ਨਹੀਂ ਜਿੱਤ ਸਕਦੇ। ਠੀਕ ਹੈ। ਔਰ ਤੁਸੀਂ ਵਿਕਾਸ ਦੀ ਗੱਲ ਕੀਤੀ, 5 ਪੁਲ ਸ਼ੁਰੂ ਕਰਾਏ ਸੀ ਨਵਜੋਤ ਸਿੰਘ ਸਿੱਧੂ ਨੇ, ਧਰਨਾ ਵੀ ਮਾਰਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਧਰਨਾ ਚੁਕਾਇਆ ਸੀ। ਰੇਲਵੇ ਕਾਂਡ ਵਾਲੀ ਵੀ ਗੱਲ ਕਰ ਲਓ। 94 ਸਾਲ ਦੀ ਰੱਬ ਉਹਨਾਂ ਨੂੰ ਹੋਰ ਲੰਮੀਆਂ ਉਮਰਾਂ ਦੇਵੇ। ਮੈਂ ਚਾਹੂੰਗਾ ਫਿਰ ਵਿਧਾਨ ਸਭਾ 'ਚ ਪਹੁੰਚਣ। ਪ੍ਰਕਾਸ਼ ਸਿੰਘ ਬਾਦਲ ਫੇਲ ਹੋਏ ਅੰਮ੍ਰਿਤਸਰ ਸਾਹਿਬ ਦੇ ਵਿਕਾਸ 'ਚ, ਪ੍ਰਕਾਸ਼ ਸਿੰਘ ਬਾਦਲ ਫੇਲ ਹੋਏ। ਪਰ ਮੈਨੂੰ ਉਹ ਵੀ ਦਿਨ ਯਾਦ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਤਾਰੀਫਾਂ ਕਰਦੇ ਨਹੀਂ ਸੀ ਥੱਕਦੇ ਨਵਜੋਤ ਸਿੰਘ ਸਿੱਧੂ ਦੀਆਂ, ਔਰ ਸੁਖਬੀਰ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਦੇ ਦਰਮਿਆਨ ਨਵਜੋਤ ਸਿੰਘ ਸਿੱਧੂ ਮੰਚ ਤੋਂ ਬੋਲਿਆ ਕਰਦੇ ਸੀ।
ਚਲੋ ਠੀਕ ਹੈ, ਮੈਂ ਇਸ ਪੁਆਇੰਟ ਦੇ ਉੱਤੇ ਵਾਪਸ ਆਵਾਂਗਾ। ਮੈਂ ਇੱਕ ਵਾਰੀ ਸਾਰੇ ਮਹਿਮਾਨਾਂ ਦਾ ਰਿਐਕਸ਼ਨ ਲੈਣਾ, ਉਸ ਤੋਂ ਬਾਅਦ ਮੈਂ ਇਸ ਚਰਚਾ ਨੂੰ ਹੋਰ ਅੱਗੇ ਵਧਾਵਾਂਗਾ। ਮੈਂ ਰੁਕ ਕਰਦਾ। ਕਮਲਜੀਤ ਸੋਹੀ ਸਾਡੇ ਨਾਲ ਜੁੜੇ ਹੋਏ ਨੇ। ਸੋਹੀ ਸਾਹਿਬ, ਇਹ ਤਾਂ ਬੀਜੇਪੀ ਦੀ ਸੀਟ ਹੈ। 2012 ਦੇ ਵਿੱਚ ਮੈਡਮ ਸਿੱਧੂ ਬੀਜੇਪੀ ਦੀ ਟਿਕਟ ਦੇ ਉੱਤੇ ਹੀ ਚੋਣ ਲੜਦੇ ਨੇ, ਤੇ ਇਸ ਵਾਰ ਕਿਵੇਂ ਦੇਖਦੇ ਹੋ ਇਸ ਸਿਆਸੀ ਧੁਰੰਦਰਾਂ ਦੇ ਵਿਚਾਲੇ ਬੀਜੇਪੀ ਇਸ ਸੀਟ ਦੇ ਉੱਤੇ ਆਪਣੀ ਸਥਿਤੀ ਕਿਵੇਂ ਦੇਖਦੀ ਹੈ? ਦੇਖੋ, ਪਹਿਲਾਂ ਵੀ ਸਾਰੇ ਤੁਹਾਡੇ ਪੈਨਲਿਸਟ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੇਖ ਗੌਰਵ ਜੀ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਆ ਬੀਜੇਪੀ ਦੀ ਸੀਟ ਹੈ ਤੇ ਐਤਕੀ ਅਸੀਂ ਜਿਹੜੇ ਕੈਂਡੀਡੇਟ ਦਿੱਤੇ ਨੇ ਡਾਕਟਰ ਜਗਮੋਹਨ ਰਾਜੂ ਜੀ ਤੇ ਉਹ ਬੀਜੇਪੀ ਦੀ ਸੀਟ ਬੀਜੇਪੀ ਵੱਲ ਦੁਬਾਰਾ ਆ ਰਹੀ ਹੈ। ਉਹਦਾ ਕਾਰਨ ਕੀ ਰਿਹਾ? ਮੈਂ ਡੱਲਾ ਜੀ ਦੀ ਗੱਲ ਸੁਣ ਰਿਹਾ ਸੀਗਾ, ਬੜੇ ਸਨਮਾਨਿਤ ਨੇ, ਬੜੇ ਸੀਨੀਅਰ ਪੱਤਰਕਾਰ ਨੇ। ਇਹਨਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਗਿਣਾਈਆਂ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਲੋਕਾਂ ਤੇ ਆਪੋਜੀਸ਼ਨਸ ਤੇ ਪਰਚੇ ਨਹੀਂ ਕਰਾਏ। ਦੂਜੇ ਪਾਸੇ ਕਹਿੰਦੇ ਜੀ ਸਾਡੀ ਪ੍ਰਾਪਤੀ ਹੈ ਕਿ ਅਸੀਂ ਪਰਚੇ ਨਹੀਂ ਕਰਾਏ। ਦੂਜੀ ਇਹਨਾਂ ਨੇ ਪ੍ਰਾਪਤੀ ਇਹਨਾਂ ਕਿਹਾ ਜੀ ਮਜੀਠੀਆ ਸਾਹਿਬ ਬਾਰੇ ਕਿ ਮਜੀਠੀਆ ਜੀ ਨੇ ਇੱਕ ਸੇਫ ਸੀਟ ਲੱਭੀ ਈਸਟ। ਇਹਦਾ ਮਤਲਬ ਹੈ ਇਹਨਾਂ ਨੂੰ ਖੁਦ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਹਾਰ ਰਹੇ ਨੇ। ਜੇ ਮਜੀਠੀਆ ਜੀ ਨੂੰ ਸੇਫ ਸੀਟ ਲੱਗ ਰਹੀ ਹੈ ਈਸਟ ਤੇ ਨਵਜੋਤ ਸਿੰਘ ਸਿੱਧੂ ਨਹੀਂ ਹਾਰ ਰਹੇ ਹੋਣੇ ਨੇ। ਗੌਰਵ ਜੀ, ਆਹ ਸੀਟ ਜਿਹੜੀ ਹੈ ਨਾ, ਆ 3 ਵਾਰੀ ਸਾਡੇ ਪਰਿਵਾਰ ਨੇ ਰਿਪਰੈਜ਼ੈਂਟ ਕੀਤੀ ਹੈ ਕਿ ਮੇਰੇ ਸਹੁਰਾ ਸਾਹਿਬ ਇੱਥੋਂ ਐਸਜੀਪੀਸੀ ਦੇ ਅਸੀਂ ਇਲੈਕਸ਼ਨ ਲੜਦੇ ਰਹੇ ਆ ਤੇ ਹਮੇਸ਼ਾ 3 ਵਾਰੀ ਅਸੀਂ ਆ ਈਸਟ ਤੋਂ ਇਲੈਕਸ਼ਨ ਜਿੱਤੇ ਆ ਐਸਜੀਪੀਸੀ ਦਾ। ਤੇ ਮੈਨੂੰ ਆ ਸੀਟ ਬਾਰੇ ਬਹੁਤ ਪਤਾ। ਮਕਬੂਲਪੁਰਾ, ਇਹਨਾਂ ਨੂੰ ਪੁੱਛਣਾ ਇਹਨਾਂ ਨੂੰ ਡੱਲਾ ਜੀ ਨੂੰ ਕਿ ਮਕਬੂਲਪੁਰਾ ਈਸਟ ਦੇ ਵਿੱਚ ਪੈਂਦਾ, ਅੰਮ੍ਰਿਤਸਰ ਈਸਟ ਦੇ ਵਿੱਚ, ਤੇ ਉਹ ਨਸ਼ਿਆਂ ਦੀ ਕੈਪੀਟਲ ਹੈ। ਉੱਥੇ ਇੱਕ ਬੱਚਾ ਇੱਕ ਘਰ 'ਚ ਨਸ਼ਾ ਵਿਕਦਾ ਵੀ ਹੈ ਤੇ ਨਸ਼ਾ ਪੈਡਲਿੰਗ ਵੀ ਹੁੰਦੀ ਹੈ। ਜਿਹੜਾ ਜੋੜਾ ਫਾਟਕ ਹੈ ਜਿੱਥੇ 80 ਬੰਦੇ ਦੁਸ਼ਹਿਰੇ ਵਾਲੇ ਦਿਨ ਮਾਰੇ ਗਏ ਸੀਗੇ, ਉਹਦਾ ਵੀ ਡੱਲਾ ਸਾਹਿਬ ਜਵਾਬ ਦੇ ਦੇਣ ਕਿ ਉਹਦੇ ਬਾਰੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਫੈਮਿਲੀ ਸੇ ਅਡਾਪਟ ਕਰਦੀਆਂ ਸੀਗੀਆਂ। ਕਿੰਨੇ ਲੋਕਾਂ ਨੂੰ ਸਰਕਾਰੀ ਨੌਕਰੀ ਮਿਲ ਗਈ, ਕਿੰਨਾ ਕੁਝ ਮਿਲ ਗਿਆ। ਤੇ ਆ ਜਿਹੜੀਆਂ ਜਦੋਂ ਬੀਜੇਪੀ ਉੱਥੇ ਇੱਕ ਇਹੋ ਜਿਹਾ ਨੁਮਾਇੰਦਾ ਲੈ ਕੇ ਆਈ ਹੈ ਹੂ ਹੈਜ਼ ਬਿਊਰੋਕ੍ਰੈਟਿਕ ਐਂਡ ਟੈਕਨੀਕਲ ਐਕਸਪੀਰੀਅੰਸ ਐਸ ਵੈਲ, ਕਿ ਮੈਨੂੰ ਲੱਗਦਾ ਐਤਕੀ ਜੋ ਮੈਡਮ ਨਵਜੋਤ ਕੌਰ ਸਿੱਧੂ ਉਹਨਾਂ ਨੇ ਆ ਸੀਟ ਰਿਪਰੈਜ਼ੈਂਟ ਕੀਤੀ ਸੀਗੀ, ਹੁਣ ਬੀਜੇਪੀ ਇਹ ਸੀਟ ਰਿਪਰੈਜ਼ੈਂਟ ਕਰਕੇ ਤੇ ਜਿਹੜੇ ਵੀ, ਮੈਂ ਕਿਸੇ ਬਾਰੇ ਵੀ ਕਮੈਂਟ ਨਹੀਂ ਕਰਦਾ ਕਿ ਮਜੀਠੀਆ ਸਾਹਿਬ ਨੇ ਕੀ ਕੀਤਾ, ਉਹਨਾਂ ਦਾ ਪਾਸਟ ਕੀ ਹੈ ਜਾਂ ਸਿੱਧੂ ਸਾਹਿਬ ਦਾ ਕੀ ਵਾਅਦੇ ਨੇ ਜਾਂ ਕੀ ਪਾਸਟ ਹੈ, ਲੇਕਿਨ ਆ ਬੀਜੇਪੀ ਸੀਟ ਜਿੱਤ ਕੇ ਤੇ ਇੱਕ ਨਵਾਂ ਇਤਿਹਾਸ ਰਚੇਗੀ ਤੇ ਲੋਕਾਂ ਨੂੰ ਡਿਵੈਲਪਮੈਂਟ ਵੱਲ ਲੈ ਕੇ ਜਾਊਗੀ। ਠੀਕ ਹੈ, ਸਾਰੇ ਦਾਅਵੇ ਕਰ ਰਹੇ ਨੇ ਤਾਂ ਬੀਜੇਪੀ ਵੀ ਦਾਅਵਾ ਕਰ ਰਹੀ ਹੈ। ਰਵਿੰਦਰ ਰਾਜਪੁਰਾ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਨੇ। ਡੱਲਾ ਜੀ, ਮੈਂ ਤੁਹਾਡੇ ਕੋਲ ਆਉਣਾ, ਇਕੱਠੇ ਤੁਸੀਂ ਕਮੈਂਟ ਕਰਿਓ। ਤੁਹਾਡੇ ਔਰ ਮੋਹਿਤ ਗੁਪਤਾ ਜੀ ਤੋਂ ਹੀ ਮੈਨੂੰ ਲੱਗਦਾ ਕਿ ਸਾਰੇ ਸਵਾਲ ਹੋਣੇ ਨੇ ਜਿਹੜੇ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਹੋਣਗੇ। ਰਵਿੰਦਰ ਰਾਜਪੁਰਾ ਜੀ, ਜੀਵਨਜੋਤ ਕੌਰ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵੀ ਦਾਅਵਾ ਕਰਦੇ ਨੇ ਕਿ ਅਸੀਂ ਕੈਂਡੀਡੇਟ ਅਜਿਹਾ ਦਿੱਤਾ ਹੈ ਜੋ ਵੱਖਰਾ ਹੈ ਤੇ ਉਹ ਜਿੱਤ ਹਾਸਲ ਕਰੇਗਾ। ਪਰ ਇਹ ਦੋ ਧੁਰੰਦਰਾਂ ਦੀ ਲੜਾਈ ਦੇ ਵਿੱਚ ਚਰਚਾ ਨਹੀਂ ਹੋ ਰਹੀ, ਚਰਚਾ ਘੱਟ ਹੋ ਰਹੀ ਹੈ। ਮੈਂ ਇਹ ਕਹਿ ਦੇਵਾਂ, ਕਿਵੇਂ ਲੱਗਦਾ ਤੁਹਾਨੂੰ ਉਸ ਸੀਟ ਦਿਓ ਕਿ ਦੋ ਧੁਰੰਦਰਾਂ ਦੀ ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਕਿਵੇਂ ਸਟੈਂਡ ਕਰੇਗੀ? ਗੌਰਵ ਜੀ, ਮੈਂ ਸਾਰੀ ਡਿਬੇਟ ਸੁਣ ਰਿਹਾ ਸੀਗਾ, ਡੱਲਾ ਸਾਹਿਬ ਦੀ ਵੀ। ਇੱਕ ਤਾਂ ਸਭ ਤੋਂ ਵੱਡਾ ਜਿਹੜਾ ਮਸਲਾ ਮੈਨੂੰ ਲੱਗਦਾ ਕਿ ਪੰਜਾਬ ਦੀ ਰਾਜਨੀਤੀ ਨੂੰ ਇਹ ਦੋ ਵੱਡੇ ਲੀਡਰ ਕੀ ਸੇਧ ਦੇ ਰਹੇ ਨੇ, ਭਾਵੇਂ ਉਹ ਸਿੱਧੂ ਸਾਹਿਬ ਹੋਣ ਜਾਂ ਉਹ ਬਿਕਰਮ ਮਜੀਠੀਆ ਜੀ ਹੋਣ। ਮੈਂ ਬੀਇੰਗ ਅ ਯੰਗ ਪੋਲੀਟੀਸ਼ੀਅਨ, ਇੱਕ ਨਵਾਂ ਉੱਭਰਦੇ ਹੋਏ ਜਿਹੜੇ ਮੁੰਡੇ ਨੇ ਜਾਂ ਹੋਰ ਵੀ ਲੋਕ ਨੇ, ਉਹਨਾਂ ਨੂੰ ਕਿੱਦਾਂ ਦੀ ਸੰਵਿਧਾਨਕ ਲੈਂਗੁਏਜ ਦੇ ਇਹ ਸੇਧ ਦੇ ਰਹੇ ਨੇ ਕਿ ਏਦਾਂ ਵੈਂਡੇਟਾ ਪੋਲਿਟਿਕਸ ਤੁਸੀਂ ਕਰੋਗੇ, ਏਦਾਂ ਇੱਕ ਦੂਜੇ ਨੂੰ ਦੇ ਖਿਲਾਫ ਬੋਲ ਕੇ ਤੁਸੀਂ ਰਾਜਨੀਤੀ ਕਰੋਗੇ। ਇਹ ਬਹੁਤ ਮਾੜੀ ਗੱਲ ਹੈ। ਮੈਂ ਬੜੇ ਸ਼ਬਦਾਂ ਦੇ ਵਿੱਚ ਨਾ ਦੋਨੇ ਵੱਡੇ ਪੋਲੀਟੀਸ਼ੀਅਨ, ਮੈਨੂੰ ਲੱਗਦਾ ਹੈ ਮੈਂ ਤਾਂ ਇਹਨਾਂ ਦੀ ਉਮਰ ਦਾ ਅੱਧਾ। ਤੁਹਾਨੂੰ ਵੈਂਡੇਟਾ ਕਿਵੇਂ ਨਜ਼ਰ ਆ ਰਹੀ ਹੈ? ਮੈਂ ਸਪੈਸੀਫਿਕ ਰਹਾ, ਵੈਂਡੇਟਾ ਕਿਵੇਂ ਨਜ਼ਰ ਆ ਰਹੀ ਹੈ? ਉਹ ਤਾਂ ਆਮੋ ਸਾਹਮਣੇ ਆ ਗਏ, ਬਿਕਰਮ ਮਜੀਠੀਆ ਸਾਹਮਣੇ ਆ ਗਏ, ਇੱਕ ਪਾਸੇ ਸਿੱਧੂ ਇੱਕ ਪਾਸੇ ਮਜੀਠੀਆ। ਤੁਸੀਂ ਪੰਜਾਬ ਦੇ ਮੁੱਦੇ, ਗੌਰਵ ਜੀ, ਸਾਰੀ ਰਾਜਨੀਤੀ ਦੇ ਅੰਦਰ ਇਹ ਜਿਹੜੀ ਡੈਰੋਗੇਟਰੀ ਰਾਜਨੀਤੀ ਹੋ ਰਹੀ ਹੈ, ਇਸ ਸਾਰੀ ਰਾਜਨੀਤੀ ਦੇ ਅੰਦਰ ਨੁਕਸਾਨ ਕਿਸ ਚੀਜ਼ ਦਾ ਹੋ ਰਿਹਾ? ਪੰਜਾਬ ਦੇ ਮੁੱਦਿਆਂ ਦੀ ਗੱਲ ਹੋ ਰਹੀ ਹੈ। ਇਹ ਜਿਹੜੀ 8 ਤੋਂ 9 ਦੀ ਸਪੇਸ ਸੀਗੀ, ਇਹ ਸਪੇਸ ਹੋਣੀ ਚਾਹੀਦੀ ਸੀਗੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ, ਲੈਂਡ ਮਾਫੀਆ ਨੂੰ ਲੈ ਕੇ, ਪੰਜਾਬ ਦੇ ਵਿੱਚ ਇਲੈਕਸ਼ਨ ਰਿਫਾਰਮਸ ਨੂੰ ਲੈ ਕੇ ਹੋਣੀ ਚਾਹੀਦੀ ਸੀ, ਸੈਂਡ ਮਾਫੀਆ ਨੂੰ ਲੈ ਕੇ ਹੋਣੀ ਚਾਹੀਦੀ ਸੀ। ਚੰਨੀ ਸਾਹਿਬ ਦੇ 2 ਟਰੱਕ ਫੜੇ ਗਏ ਨੇ, ਜਿਹੜੇ ਜਰਸੀਜ਼ ਸੀਗੀਆਂ, ਟਰੈਕ ਸੂਟ ਸੀਗੀ, ਚੰਨੀ ਦੇ ਨਾਮ ਉਹਦੇ ਉੱਪਰ ਲਿਖਿਆ ਹੋਇਆ ਸੀਗਾ। ਇਲੈਕਸ਼ਨ ਕਮਿਸ਼ਨ ਨੇ 2 ਟਰੱਕ ਫੜੇ ਨੇ ਕਾਂਗਰਸ ਦੇ, ਉਹਦੇ ਉੱਪਰ ਹੋਣੀ ਚਾਹੀਦੀ ਸੀ ਕਿ ਕਿੱਦਾਂ ਜਿਹੜੇ ਅੱਜ ਜਿਹੜੇ 18 ਦਿਨ ਅੱਜ ਤੋਂ ਬਾਅਦ ਰਹਿ ਗਏ ਗੌਰਵ ਜੀ, ਸਭ ਕੁਝ ਲੋਕਾਂ ਨੂੰ ਦੇਣਾ। ਆਹ ਤੁਹਾਡੀ ਜਿਹੜੀ ਅੱਜ ਦੀ ਵੀ ਡਿਬੇਟ ਹੋ ਰਹੀ ਹੈ, ਹੁਣ ਆਹ 18 ਦਿਨ ਏਦਾਂ ਦੀਆਂ ਡਿਬੇਟਸ ਚੱਲੀਆਂ ਨੇ ਕਿ ਸਿੱਧੂ ਵਰਸਸ ਮਜੀਠੀਆ ਹੋਊਗਾ,
ਫਲਾਣਾ ਵਰਸਸ ਫਲਾਣਾ ਹੋਊਗਾ। ਪੰਜਾਬ ਦੇ ਮੁੱਦੇ ਤਾਂ ਇੰਨਾ ਰੌਲਾ ਪਾ ਦੇਣਾ, ਪੰਜਾਬ ਦੇ ਮੁੱਦਿਆਂ ਦੀ ਗੱਲ ਹੀ ਨਹੀਂ ਹੋਣੀ। ਕੋਈ ਸ਼ਰਾਬ ਵੰਡੂਗਾ, ਨਹੀਂ ਤੁਹਾਨੂੰ ਲੱਗਦਾ ਹੈ, ਨਹੀਂ ਤੁਹਾਨੂੰ ਲੱਗਦਾ ਹੈ ਕਿ ਇਸ ਕਰਕੇ ਗੱਲ ਨਹੀਂ ਹੋ ਰਹੀ ਕਿਉਂਕਿ ਸਿੱਧੂ ਵਰਸਸ ਮਜੀਠੀਆ ਨੇ, ਕਿਉਂ ਇਸ ਕਰਕੇ ਮੁੱਦਿਆਂ ਦੀ ਗੱਲ ਨਹੀਂ ਹੋ ਰਹੀ? ਮੈਂ ਤਾਂ ਸਟਾਰਟਿੰਗ ਦੇ ਵਿੱਚ ਜ਼ਿਕਰ ਇਹੀ ਕੀਤਾ ਸੀ ਕਿ ਮੁੱਦੇ ਤਾਂ ਨਹੀਂ ਵਿਸਾਰੇ ਜਾਣਗੇ। ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਮੁੱਦੇ ਪਿੱਛੇ ਰਹਿ ਗਏ। ਮੈਂ ਕਹਿੰਦਾ ਮੁੱਦੇ ਵਿਸਾਰੇ ਜਾ ਰਹੇ ਨੇ। ਆ ਜਿਹੜੀ ਅੱਜ ਦੀ ਇਸ ਟਾਈਮ ਦੀ ਪ੍ਰਾਈਮ ਟਾਈਮ ਦੀ ਨਿਊਜ਼ ਬਣਨੀ ਚਾਹੀਦੀ ਸੀਗੀ ਕਿ ਚੰਨੀ ਦਾ ਨਾਮ ਲਿਖਿਆ ਹੋਇਆ 2 ਟਰੱਕ ਇਲੈਕਸ਼ਨ ਕਮਿਸ਼ਨ ਨੇ ਫੜੇ ਨੇ ਆਪਣਾ ਟਰੈਕ ਸੂਟਸ ਦੇ, ਉਹਦੀ ਕੋਈ ਗੱਲ ਕਿਉਂ ਨਹੀਂ ਹੋ ਰਹੀ? ਕੋਈ ਸੂਟ ਵੰਡ ਰਿਹਾ, ਕੋਈ ਸ਼ਰਾਬ ਵੰਡ ਰਿਹਾ, ਕੋਈ ਟਰੈਕ ਸੂਟ ਵੰਡ ਰਿਹਾ, ਕੋਈ ਜੁੱਤੇ ਵੰਡ ਰਿਹਾ, ਕੋਈ ਖੇਡ ਕਿੱਟਾ ਵੰਡ ਰਿਹਾ। ਇਹ ਕਿਸੇ ਨਾ ਕਿਸੇ ਤਰੀਕੇ ਨਾਲ ਅਸਲ ਮੁੱਦਿਆਂ ਤੋਂ ਲੋਕਾਂ ਨੂੰ ਭਟਕਾ ਕੇ ਪੰਜਾਬ ਦੀ ਰਾਜਨੀਤੀ ਨੂੰ ਮੁੜ ਕਨਵੈਨਸ਼ਨਲ ਪੋਲਿਟਿਕਸ ਵੱਲ ਲੈ ਕੇ ਜਾਣ ਵਾਲੀ ਗੱਲ ਹੈ, ਜਿਹੜੀ ਕਿ ਬਹੁਤ ਮਾੜੀ ਗੱਲ ਹੈ। ਠੀਕ ਹੈ ਮੋਹਿਤ ਗੁਪਤਾ ਜੀ, ਤੁਹਾਡਾ ਇੱਕ ਰਿਐਕਸ਼ਨ। ਮੈਂ ਡੱਲਾ ਜੀ ਤੁਹਾਡੇ ਕੋਲ ਆਉਣਾ। ਮੋਹਿਤ ਗੁਪਤਾ ਜੀ, ਜਿਸ ਤਰੀਕੇ ਨਾਲ ਮਜੀਠੀਆ ਆਏ ਨੇ, ਕਿਉਂਕਿ ਸਿੱਧੂ ਤਾਂ ਉੱਥੇ ਆਲਰੇਡੀ ਉਮੀਦਵਾਰ ਸੀ, ਤਾਂ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਹੈ ਇਹ, ਤੁਹਾਡੇ ਵਾਲੇ ਪਾਸੇ ਜ਼ਿਆਦਾ ਐਲੀਗੇਸ਼ਨਸ ਹੋਣਗੇ। ਗੌਰਵ ਜੀ ਮੈਂ ਪਹਿਲਾਂ ਤਾਂ ਜਿਹੜੇ ਸਾਡੇ ਆਪ ਦੇ ਬਹੁਤ ਹੀ ਜ਼ਿੰਮੇਵਾਰ ਪ੍ਰਵਕਤਾ ਇੱਥੇ ਬੈਠੇ ਨੇ, ਮੈਂ ਉਹਨਾਂ ਤੋਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ। ਜਦੋਂ 2017 'ਚ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਮੁਕਾਬਲੇ ਦਿੱਲੀੋਂ ਜਰਨੈਲ ਸਿੰਘ ਨੂੰ ਰਿਜ਼ਾਈਨ ਕਰਾ ਕੇ ਲੈ ਕੇ ਆਏ ਸੀ, ਮੇਰਾ ਉਹ ਭਰਾ ਸਵਰਗਾਂ 'ਚ ਉਹਦਾ ਵਾਸ ਹੋਵੇ, ਸਰਦਾਰ ਜਰਨੈਲ ਸਿੰਘ ਜਿਹੜਾ MLA ਸੀ, ਔਰ ਉੱਥੇ ਆਪਣਾ ਜਲਾਲਾਬਾਦ ਭਗਵੰਤ ਸਿੰਘ ਮਾਨ ਨੂੰ ਲੈ ਕੇ ਆਏ ਸੀ, ਕਾਂਗਰਸ ਰਵਨੀਤ ਬਿੱਟੂ ਨੂੰ ਲੈ ਕੇ ਆਈ ਸੀ, ਔਰ ਲੰਬੀ 'ਚ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਆਏ ਸੀ। ਉਦੋਂ ਤਾਂ ਮੁੱਦੇ ਨਹੀਂ ਗੌਨ ਹੋਏ। ਔਰ ਨਾਲੇ ਉਦੋਂ ਬਾਦਲ ਸਾਹਿਬ ਨੇ ਜਾਂ ਸੁਖਵੀਰ ਜੀ ਨੇ ਚੈਲੰਜ ਨਹੀਂ ਸੀ ਕੀਤਾ। ਇਸ ਵਾਰ ਨਵਜੋਤ ਸਿੰਘ ਸਿੱਧੂ ਨੇ ਚੈਲੰਜ ਕੀਤਾ, ਉਹ ਆਪਦੀ ਗੇਮ 'ਚ ਫਸੇ ਨੇ। ਜਿਹੜੀ ਦੂਸਰੀ ਗੱਲ ਬਾਰ-ਬਾਰ ਕਹਿ ਰਹੇ ਸੀ, ਇਹ ਜੇਟਲੀ ਸਾਹਿਬ ਨੂੰ ਜਿਤਾ ਨਹੀਂ ਸਕੇ, ਡੱਲਾ ਸਾਹਿਬ ਕਹਿ ਰਹੇ ਸੀ। ਡੱਲਾ ਸਾਹਿਬ ਸੀਨੀਅਰ ਜਰਨਲਿਸਟ ਰਹੇ ਨੇ, ਮੈਂ ਇਹਨਾਂ ਦੀ ਰਿਸਪੈਕਟ ਕਰਦਾ। ਇਹਨਾਂ ਦੀ ਇਸ ਗੱਲ ਤੋਂ ਇੱਕ ਚੀਜ਼ ਸਾਬਤ ਹੁੰਦੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ 2016 'ਚ ਭਾਰਤੀ ਜਨਤਾ ਪਾਰਟੀ ਛੱਡੀ ਹੈ। ਉਹਨਾਂ ਦੀ ਧਰਮ ਪਤਨੀ 2017 ਤੱਕ ਭਾਰਤੀ ਜਨਤਾ ਪਾਰਟੀ ਸੀ, ਔਰ ਈਸਟ ਹਲਕੇ ਨੂੰ MLA ਤੌਰ ਤੇ ਰਿਪਰੈਜ਼ੈਂਟ ਕਰਦੀ ਸੀ। ਇਟ ਮੀਨਸ ਜਦੋਂ ਜੇਟਲੀ ਸਾਹਿਬ ਹਾਰੇ, ਜਾਂ ਤਾਂ ਸਿੱਧੂ ਸਾਹਿਬ ਨੇ ਪਾਰਟੀ ਨਾਲ ਧਰੋ ਕਮਾਇਆ, ਪਾਰਟੀ ਦਾ ਅੰਦਰਗਤੀ ਵਿਰੋਧ ਕੀਤਾ, ਕਿਉਂਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਅਤੀ ਮਹੱਤਵਕਾਂਸ਼ੀ, ਆਪਦੀ ਮਹੱਤਵਕਾਂਸ਼ਾ ਲਈ ਉਹ ਕਿਸੇ ਨੂੰ ਵੀ ਧੋਖਾ ਦੇ ਸਕਦੇ ਨੇ, ਕੋਈ ਵੀ ਗੱਲ ਆਪਦੇ ਮੂੰਹ ਚੋਂ ਕੱਢ ਸਕਦੇ ਨੇ। ਠੀਕ ਹੈ। ਔਰ ਜਿਸ ਤਰੀਕੇ ਡੱਲਾ ਸਾਹਿਬ ਕਹਿੰਦੇ ਸੀ, ਮੈਂ ਬਿਲਕੁਲ ਕਹਿਣਾ ਵੀ ਸਾਨੂੰ ਭਾਸ਼ਾ ਦੀ ਮਰਿਆਦਾ ਰੱਖਣੀ ਚਾਹੀਦੀ ਹੈ, ਪਰ ਪੰਜਾਬ ਦੀ ਰਾਜਨੀਤੀ 'ਚ ਭਾਸ਼ਾ ਦੀ ਜਿਹੜੀ ਮਰਿਆਦਾ ਖਰਾਬ ਕਰਨ ਦਾ ਕੰਮ ਕੀਤਾ ਹੈ ਉਹ ਨਵਜੋਤ ਸਿੰਘ ਸਿੱਧੂ ਨੇ ਕੀਤਾ ਹੈ। ਜਿਸ ਤਰੀਕੇ ਨਾਲ ਉਹ ਗਾਲੀ ਗਲੋਚ ਕਰਦੇ ਨੇ ਆਪਦੇ ਓਪੋਜੀਸ਼ਨ ਦੇ ਲੀਡਰਾਂ ਤੇ, ਉਹ ਕੱਲੇ ਨਵਜੋਤ ਸਿੰਘ ਸਿੱਧੂ ਨੇ। ਦੂਸਰੀ ਗੱਲ, ਨਵਜੋਤ ਸਿੰਘ ਸਿੱਧੂ ਨੇ ਕੱਲੀ ਰਾਜਨੀਤਿਕ ਭਾਸ਼ਾ ਨਹੀਂ, ਉਹਨਾਂ ਨੇ ਜਿਹੜਾ ਪੰਜਾਬ ਜਾਣਿਆ ਜਾਂਦਾ ਸੀ ਮਹਿਮਾਨ ਨਵਾਜੀ ਲਈ, ਉਹਨੂੰ ਵੀ ਧੂਮਲ ਕਰਨ ਦਾ ਕੰਮ ਕੀਤਾ। ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਵਿਕਰਮਜੀਤ ਸਿੰਘ ਮਜੀਠਾ ਕੋਲੇ ਚੁਣਾਵ ਪ੍ਰਚਾਰ ਦੇ ਦੌਰਾਨ ਜਾਂਦੇ ਸੀ, ਲੰਚ ਕਰਦੇ ਸੀ, ਡਿਨਰ ਕਰਦੇ ਸੀ, ਜਾਂ ਉਹ ਜਾਂਦੇ ਸੀ, ਚਾਹ ਪੀਂਦੇ ਸੀ, ਸੂਪ ਪੀਂਦੇ ਸੀ, ਕਿਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਚੀਜ਼ਾਂ ਦਾ ਮਜ਼ਾਕ ਉਡਾਇਆ। ਮੈਨੂੰ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵਿਅਕਤੀ ਨੂੰ ਚਾਹ ਵੀ ਨਹੀਂ ਪਿਆਣੀ ਚਾਹੀਦੀ, ਕਿਸੇ ਵਿਅਕਤੀ ਨੂੰ ਰੋਟੀ ਵੀ ਨਹੀਂ ਖਵਾਣੀ ਚਾਹੀਦੀ। ਪਤਾ ਨਹੀਂ ਕਦੋਂ ਨਵਜੋਤ ਸਿੰਘ ਸਿੱਧੂ ਦੇ ਅੰਦਰਲਾ ਜਨ ਜਾਗ ਆਵੇ ਤੇ ਉਹ ਬਾਰ-ਬਾਰ ਕਹੇ ਜੀ ਤੁਹਾਨੂੰ ਮੈਂ ਭਾਸ਼ਾ ਨਹੀਂ ਯੂਜ਼ ਕਰਨਾ ਚਾਹੁੰਦਾ। ਚਲੋ ਤੁਹਾਡੇ ਐਲੀਗੇਸ਼ਨਸ ਬਹੁਤ ਸਾਰੇ ਇਕੱਠੇ ਹੋ ਗਏ, ਮੈਂ ਜਵਾਬ ਲੈ ਲਵਾਂ ਮੋਹਿਤ ਜੀ। ਐਕਚੁਅਲੀ ਮੈਂ ਤੁਹਾਨੂੰ ਦੱਸਦਾ ਤੁਹਾਡੇ ਪੁਆਇੰਟਸ ਬਹੁਤ ਸਾਰੇ ਆ। ਪਹਿਲਾਂ ਮੇਰੀ ਪੂਰੀ ਗੱਲ ਨਹੀਂ ਮੇਰੀ ਗੱਲ ਪੂਰੀ ਹੋ ਲੈਂਦੇ, ਕਰ ਲਓ, ਕੰਪਲੀਟ ਕਰ ਲਓ ਸਰ ਤੁਸੀਂ। ਠੀਕ ਹੈ, ਕੰਪਲੀਟ ਕਰ ਲਓ। ਥੋੜੇ ਸੰਖੇਪ ਦੇ ਵਿੱਚ ਰੱਖੇ, ਜਿਹੜਾ ਵਿਸਥਾਰ 'ਚ ਜਾਓਗੇ ਫਿਰ ਦਿੱਕਤ ਹੁੰਦੀ ਹੈ, ਸਮਾਂ ਬਹੁਤ ਘੱਟ ਹੁੰਦਾ। ਜਿਹੜੇ ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਦੀ ਫਰਸਟ੍ਰੇਸ਼ਨ ਹੈ ਉਹ ਸਾਫ਼ ਤੌਰ ਤੇ ਹੈ, ਉਹ ਬਹੁਤ ਜਲਦੀ CM ਬਣਨਾ ਚਾਹੁੰਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ CM ਹੈ ਉਹ ਪੰਜਾਬ ਦੇ ਲੋਕਾਂ ਨੇ ਬਣਾਉਣਾ ਹੈ। ਜੇ ਪੰਜਾਬ ਦੇ ਦੇਖੋ, ਪਹਿਲਾਂ ਉਹ ਇਸੇ ਗੱਲ ਦੀ ਲੜਾਈ 'ਚ BJP ਨੂੰ ਧੋਖਾ ਦਿੰਦੇ ਰਹੇ, ਹੁਣ ਕਾਂਗਰਸ ਨੂੰ ਦੇ ਰਹੇ ਹੈ। ਉਹ ਆਪਦਾ ਮਾਡਲ ਅਲੱਗ ਲਿਆਏ, ਪਾਰਟੀ ਦਾ ਮਾਡਲ ਅਲੱਗ ਹੈ। ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਆਪਦੀ ਹਾਰ ਦਿਖ ਰਹੀ ਹੈ। ਚਲੋ ਮੈਂ ਜਵਾਬ ਲੈ ਲਵਾਂ ਸੁਰਿੰਦਰ ਡੱਲਾ ਜੀ। ਠੀਕ ਹੈ ਸਰ, ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਸੁਰਿੰਦਰ ਡੱਲਾ ਜੀ, ਬਹੁਤ ਸਾਰੇ ਐਲੀਗੇਸ਼ਨਸ ਨੇ। BJP ਕਹਿੰਦੀ ਹੈ, BJP ਦੇ ਨੁਮਾਇੰਦੇ ਸਾਡੇ ਨਾਲ ਜੁੜੇ ਹੋਏ, ਉਹਨਾਂ ਨੇ ਕਿਹਾ ਕਿ ਮਕਬੂਲਪੁਰਾ ਉੱਥੇ ਇਲਾਕਾ ਹੈ ਔਰ ਉਹ ਨਸ਼ੇ ਦੀ ਵਜ੍ਹਾ ਦੇ ਨਾਲ ਜਾਣਿਆ ਜਾਂਦਾ ਹੈ। ਇਹ ਐਲੀਗੇਸ਼ਨ BJP ਲਗਾ ਰਹੀ ਹੈ। ਅੰਮ੍ਰਿਤਸਰ ਈਸਟ ਹੈ ਤਾਂ ਫਿਰ ਕੁਐਸਚਨ ਮਾਰਕ ਤਾਂ ਉੱਠੇਗਾ, ਜਿਹੜੇ ਮੌਜੂਦਾ ਵਿਧਾਇਕ ਨੇ, ਜੋ ਸੱਤਾਧਿਰ ਦੇ ਵਿਧਾਇਕ ਹੋਣ, ਔਰ ਅਕਾਲੀ ਦਲ ਦੇ ਐਲੀਗੇਸ਼ਨਸ ਤੁਸੀਂ ਸੁਣੇ ਨੇ। ਦੇਖੋ, ਜਿਹੜੀਆਂ ਮੈਂ ਗੱਲਾਂ ਸੁਣੀਆਂ ਨਾ, ਜਿਵੇਂ ਕਮਲ ਸੋਈ ਦੀ ਬੜੇ ਰਿਸਪੈਕਟੇਬਲ ਨੇ, ਮੈਂ ਕਈ ਵਾਰੀ ਇਹਨਾਂ ਦੀ ਗੱਲ ਡਿਬੇਟ ਦੀ ਸੁਣਦਾ, ਮੈਨੂੰ ਲੱਗਦਾ ਇਹਨਾਂ ਦੀ ਗੱਲ ਦਾ ਮੈਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ, ਕਿਉਂਕਿ ਇਹਨਾਂ ਨੇ ਨਿੱਜੀ ਗੱਲਾਂ ਕੀਤੀਆਂ ਨੇ। ਪੰਜਾਬ ਦੇ ਇਸ਼ੂ ਬੇਸਡ ਅਗਰ ਇਹ ਗੱਲ ਕਰਦੇ ਤੇ ਗੱਲ ਮੈਨੂੰ ਬੜੀ ਚੰਗੀ ਲੱਗਣੀ ਸੀ, ਮੈਂ ਉਹਦੇ ਤੇ ਕੋਈ ਜਵਾਬ ਵੀ ਦਿੰਦਾ। ਇਹ ਕਹਿੰਦੇ ਰੋਟੀ ਨਾ ਖਵਾਓ, ਚਲੋ ਇਹਨਾਂ ਦੀ ਨਿੱਜੀ ਰਾਏ ਆ, ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ। ਇਸ ਤੋਂ ਪਹਿਲਾਂ ਰਾਜਪੁਰਾ ਸਾਹਿਬ, ਮੈਨੂੰ ਨਹੀਂ ਪਤਾ 2017 ਤੋਂ ਪਹਿਲਾਂ ਆਮ ਆਦਮੀ ਪਾਰਟੀ ਨਾਲ ਸੀਗੇ ਜਾਂ ਨਹੀਂ ਸੀਗੇ। 2000 ਇਹ ਮੈਨੂੰ ਕਹਿੰਦੇ ਰਾਜਪੁਰਾ ਸਾਹਿਬ ਹੁਣੀ ਗੱਲ ਕਰ ਰਹੇ ਸੀ ਕਿ ਅਸਲ ਮੁੱਦਿਆਂ ਤੋਂ ਅਸੀਂ ਭਟਕਾਤੀ ਗੱਲ।
ਅਸਲ 'ਚ ਜਿਹੜੇ ਲੀਡਰ ਨੇ ਨਵਜੋਤ ਸਿੰਘ ਸਿੱਧੂ ਵੀ ਮੁੱਦਿਆਂ ਦੀ ਲੜਾਈ ਲੜ ਰਹੇ, ਕਿਤੇ ਨਾ ਕਿਤੇ ਅਕਾਲੀ ਦਲ ਵੀ ਕੁਝ ਮੁੱਦਿਆਂ ਤੇ ਜ਼ਰੂਰ ਪੰਜਾਬ ਦੇ ਲੜ ਰਿਹਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਸਾਰੀਆਂ ਪਾਰਟੀਆਂ ਕੁਝ ਮੁੱਦਿਆਂ ਤੇ ਲੜਦੀਆਂ ਨੇ, ਸਾਰੀਆਂ ਪਾਰਟੀਆਂ ਨੂੰ ਲੋਕ ਵੋਟ ਪਾਉਂਦੇ ਨੇ। ਪੰਜਾਬ ਦੇ ਲੋਕ ਕਿਸੇ ਉਸ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਜਿਹੜੀ ਮੁੱਦਿਆਂ ਦੀ ਗੱਲ ਨਹੀਂ ਕਰੂਗੀ। ਪਰ ਇਹਨਾਂ ਨੇ ਸਪੈਸੀਫਿਕ ਗੱਲ ਕੀਤੀ। ਹੁਣ ਮੈਂ 2017 ਦੀ ਗੱਲ ਕਰਦਾ, ਅਰਵਿੰਦ ਕੇਜਰੀਵਾਲ ਦਾ ਨਿਸ਼ਾਨਾ ਸਿਰਫ ਵਿਕਰਮ ਮਜੀਠੀਆ ਸੀ। ਅੱਜ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਇਹਦੇ ਤੇ ਬੋਲਣ ਨੂੰ ਤਿਆਰ ਨਹੀਂ। ਵਿਕਰਮ ਮਜੀਠੀਆ ਨੇ ਪੰਜਾਬ ਦੇ ਨੌਜਵਾਨ, ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਲਾਨ ਕੀਤਾ ਕਿ ਤੁਸੀਂ ਵੋਟ ਲਾਓ ਵਿਕਰਮ ਮਜੀਠੀਆ ਦੇ ਖਿਲਾਫ। ਉਹਦੇ ਤੇ ਲਿਖਣਾ ਕੀ ਹੈ ਮੈਂ ਉਹਦਾ ਜ਼ਿਕਰ ਨਹੀਂ ਕਰਦਾ, ਸਾਰਿਆਂ ਨੂੰ ਪਤਾ ਹੈ। ਬਾਅਦ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਮਾਫੀ ਮੰਗੀ। ਹੁਣ ਅੱਜ ਅਰਵਿੰਦ ਕੇਜਰੀਵਾਲ ਉਸ ਮੁੱਦੇ ਤੋਂ ਭਟਕ ਗਏ। ਅੱਜ ਸੋਈ ਸਾਹਿਬ ਜਿਹੜੀ ਗੱਲ ਕਰਦੇ ਨੇ ਉਹ ਵੀ ਗੱਲ ਉਹੀ ਹੈ। ਸੋਈ ਸਾਹਿਬ, ਜਦੋਂ ਤਾਂ ਬੀਜੇਪੀ ਔਰ ਅਕਾਲੀ ਦਲ ਇਕੱਠੇ ਸੀ ਜੀ, ਉਦੋਂ 9 ਮਾਸ ਦਾ ਰਿਸ਼ਤਾ ਬੜਾ ਮਾਫਕ ਸੀ। ਔਰ ਹੁਣ ਤੁਸੀਂ ਗੱਲ ਕਰ, ਮਾਫੀ ਚਾਹੂੰਗਾ, ਹੁਣ ਤੁਸੀਂ ਈਸਟ ਦੀ ਗੱਲ ਕੀਤੀ ਕਿ ਪਹਿਲਾਂ ਡਾਕਟਰ ਨਵਜੋਤ ਕੌਰ ਉੱਥੋਂ ਉਹਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ। ਇਹੀ ਕਾਰਨ ਹੈ ਕਿ ਜਦੋਂ ਡਾਕਟਰ ਨਵਜੋਤ ਕੌਰ ਵੀ ਉੱਥੇ ਰਹੇ, ਜਿੰਨੇ ਉੱਥੇ ਆਮ ਲੋਕ ਨੇ ਜਿਹੜੇ ਬੀਜੇਪੀ ਦੀ ਵਿਚਾਰਧਾਰਾ ਨੂੰ ਪਸੰਦ ਕਰਦੇ ਨੇ, ਉਹ ਮਹਿਸੂਸ ਕਰਦੇ ਨੇ ਕਿ ਬੀਜੇਪੀ ਆਪਣੀ ਵਿਚਾਰਧਾਰਾ ਤੋਂ ਭਟਕ ਰਹੀ ਹੈ ਪੰਜਾਬ 'ਚ। ਬੀਜੇਪੀ ਰਾਸ਼ਟਰਵਾਦੀ ਪਾਰਟੀ ਹੈ, ਪਰ ਪੰਜਾਬ ਨੂੰ ਲੈ ਕੇ ਪੰਜਾਬ ਦੇ ਬੀਜੇਪੀ ਦੇ ਲੀਡਰ ਕੇਂਦਰ ਦੀ ਬੀਜੇਪੀ ਨੂੰ ਦੱਸ ਨਹੀਂ ਸਕੇ। ਜੀ ਜੀ। ਔਰ ਇਸ ਕਰਕੇ ਉੱਥੋਂ ਦਾ ਬੀਜੇਪੀ ਦਾ ਜਿਹੜਾ ਕਾਡਰ ਹੈ ਉਹ ਨਵਜੋਤ ਸਿੰਘ ਸਿੱਧੂ ਵਿੱਚ ਸੱਚਾ ਤੇ ਇਮਾਨਦਾਰ ਲੀਡਰ ਦੇਖਦਾ। ਔਰ ਤੁਸੀਂ ਦੇਖਿਓ ਬੀਜੇਪੀ ਦੇ ਜਿਹੜੇ ਵਾਲੇ ਲੋਕ ਨੇ ਉਹਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਵੋਟਾਂ ਪਾਉਣੀਆਂ। ਚਲੋ ਠੀਕ ਹੈ, ਸੋਈ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਦੇਖੋ ਜੀ, ਜਵਾਬ ਦੇ ਦਿਓ। ਠੀਕ ਹੈ, ਮੈਂ ਡੱਲਾ ਜੀ ਤੁਹਾਡੇ ਕੋਲ ਆਉਣਾ। ਸੋਈ ਸਾਹਿਬ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਪਰਸਨੈਲਿਟੀ ਦੇ, ਹੁਣ ਨਾ ਪਰਸਨੈਲਿਟੀ ਦੇ ਆਲੇ ਦੁਆਲੇ ਨੂੰ, ਇਲੈਕਸ਼ਨ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੇਂਦਰਿਤ ਕਰਨ ਦੀ, ਲੇਕਿਨ ਕੇਂਦਰਿਤ ਹੋਣਾ ਚਾਹੀਦਾ ਡਿਵੈਲਪਮੈਂਟ ਦੇ ਬੇਸ ਦੇ ਉੱਪਰ। ਸਾਨੂੰ ਪਤਾ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੇ ਪਿਛਲੇ 5 ਵਰ੍ਹਿਆਂ 'ਚ ਈਸਟ ਕੰਸਟੀਚੁਐਂਸੀ ਦਾ ਕੀ ਵਿਕਾਸ ਕੀਤਾ। ਕਹਿੰਦੇ ਜੀ ਪੁਲ ਸ਼ੁਰੂ ਕਰਾਏ ਨਾ ਇਹਨਾਂ ਦੇ, ਜਦੋਂ ਸੁਖਬੀਰ ਬਾਦਲ ਜੀ ਮੁੱਖ ਮੰਤਰੀ ਸੀਗੇ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗੇ, ਨਾ ਪੁਲ ਉਦੋਂ ਕੰਪਲੀਟ ਹੋਏ, ਨਾ ਪੁਲ ਹੁਣ ਕੰਪਲੀਟ ਹੋਏ, ਨਾ ਹੁਣ ਸਟੇਡੀਅਮ ਬਣਿਆ, ਨਾ ਹੁਣ ਜੋੜਾ ਫਾਟਕ ਦੇ ਉੱਪਰ ਪੁਲ ਬਣ ਸਕਿਆ, ਨਾ ਮਕਬੂਲਪੁਰਾ ਨਸ਼ਿਆਂ ਦੀ ਜਿਹੜੀ ਇੱਕ ਕੈਪੀਟਲ ਕਿਹਾ ਜਾਂਦਾ ਹੈ, ਹਰ ਘਰ 'ਚ ਨਸ਼ਾ ਵੇਖਦੇ ਨਾ, ਉਹ ਠੀਕ ਹੋ ਸਕਿਆ। ਫਿਰ ਇਹਨਾਂ ਦਾ ਸਰਕਾਰ 'ਚ ਹੋਣਾ, ਐਮਐਲਏ ਹੋਣਾ ਜਾਂ ਐਮਐਲਏ ਨਾ ਹੋਣਾ ਕੋਈ ਮੈਟਰ ਨਹੀਂ ਕਰਦਾ। ਉਹਦੇ ਵਾਸਤੇ ਇੱਕ ਏਦਾਂ ਦਾ ਤੁਹਾਨੂੰ ਨੁਮਾਇੰਦਾ ਚਾਹੀਦਾ ਹੈ ਜਿਹੜਾ ਉਸ ਇਲਾਕੇ ਦਾ ਡਿਵੈਲਪਮੈਂਟ ਕਰ ਸਕੇ, ਇਲਾਕੇ ਦੇ ਇਸ਼ੂਜ਼ ਨਾਲ ਲੜ ਸਕੇ, ਇਲਾਕੇ ਦੇ ਇਸ਼ੂ ਸੌਰਟ ਆਊਟ ਕਰ ਸਕੇ। ਮੈਂ ਇਹਨਾਂ ਨੂੰ ਪੁੱਛਿਆ ਸੀਗਾ, ਸਵਾਲ ਦਾ ਜਵਾਬ ਟਾਲ ਗਏ ਕਿ ਜਿਹੜੇ 80 ਬੰਦੇ ਮਰੇ ਸੀਗੇ ਦੁਸ਼ਹਿਰੇ ਦੇ ਅੱਗ ਦੇ ਵਿੱਚ, ਉਹਨਾਂ ਨੂੰ ਇਨਸਾਫ ਕਿੱਥੇ ਮਿਲਿਆ? ਉਹਨਾਂ ਨੂੰ ਨੌਕਰੀਆਂ ਮਿਲੀਆਂ, ਲੋਕਲ ਬੋਡੀਜ਼ ਦੇ ਮੰਤਰੀ ਖੁਦ ਆਪ ਸੀਗੇ, ਉਹਨਾਂ ਨੂੰ ਰਿਹੈਬਿਲਿਟੇਸ਼ਨ ਕੀਤੀ ਇਹਨਾਂ ਨੇ ਉਹਨਾਂ ਦੇ ਆਟੇ ਦਾਲ ਦਾ ਖਰਚਾ ਵੀ ਖੁਦ ਕਿਹਾ ਸੀ। ਠੀਕ ਹੈ, ਆਪਾਂ ਜਵਾਬ ਲੈ ਲਈਏ। ਮੈਂ ਰਵਿੰਦਰ ਜੀ ਤੁਹਾਡੇ ਕੋਲ ਵੀ ਆ ਰਿਹਾ, ਰਵਿੰਦਰ ਰਾਜਪੁਰਾ ਜੀ ਮੈਂ ਤੁਹਾਡੇ ਕੋਲ ਆ ਰਿਹਾ। ਡੱਲਾ ਸਾਹਿਬ ਆਪਾਂ ਸੋਈ ਸਾਹਿਬ ਜਵਾਬ ਲੈ ਲਈਏ, ਸਮਾਂ ਬਹੁਤ ਪੂਰਾ ਹੋਏਗਾ। ਡਿਵੈਲਪਮੈਂਟ ਕਰ ਸਕਦਾ। ਠੀਕ ਹੈ, ਮੋਹਿਤ ਜੀ ਮੈਂ ਤੁਹਾਡੇ ਕੋਲ ਵੀ ਆਉਣਾ। ਹਾਂ ਡੱਲਾ ਜੀ, ਡੱਲਾ ਵੱਡੀ ਸਮੱਸਿਆ ਜੀ, ਡੱਲਾ ਕਾਨੂੰਨੀ ਨਸ਼ਾ ਸਾਡੀ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ। ਤੁਸੀਂ ਬਾਰ-ਬਾਰ ਮਕਬੂਲਪੁਰੇ ਇਲਾਕੇ ਦਾ ਨਾਮ ਲੈ ਕੇ ਸਾਡੇ ਉਸ ਇਲਾਕੇ ਨੂੰ ਬਦਨਾਮ ਨਾ ਕਰੋ ਕਿ ਮਕਬੂਲਪੁਰਾ ਨਸ਼ੇ ਦੀ ਕੈਪੀਟਲ ਹੈ। ਤਾਂ ਨਾ ਕਹੋ, ਉੱਥੇ ਵੀ ਸਾਡੇ ਸਵਾਲ ਲੈਣ ਵਾਸਤੇ ਆ ਸਾਰੇ। ਇਹ ਸਮੱਸਿਆ ਹੈ ਨਸ਼ੇ ਦੀ ਪੰਜਾਬ 'ਚ, ਗੈਰ ਕਾਨੂੰਨੀ ਨਸ਼ੇ ਦੀ। ਕਾਨੂੰਨੀ ਨਸ਼ਾ ਤਾਂ ਤੰਬਾਕੂ ਹੈ, ਸਿਗਰਟ ਹੈ, ਸ਼ਰਾਬ ਹੈ, ਇਹਦੀਆਂ ਤਾਂ ਦੁਕਾਨਾਂ ਨੇ। ਗੈਰ ਕਾਨੂੰਨੀ ਨਸ਼ਾ ਸਮੱਸਿਆ, ਬਦਨਾਮ ਨਾ ਕਰੋਗੇ ਮਕਬੂਲਪੁਰਾ ਨਾ। ਇਹ ਸਾਡੇ ਸਾਰਿਆਂ ਲਈ ਚੁਣੌਤੀ ਹੈ ਕਿ ਅਸੀਂ ਪੰਜਾਬ 'ਚੋਂ ਗੈਰ ਕਾਨੂੰਨੀ ਨਸ਼ਾ ਖਤਮ ਕਰਨਾ ਹੈ। ਪਰ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ, ਨਾ ਅਕਾਲੀ ਦਲ ਦੇ ਰਾਜ 'ਚੋਂ ਪੁਲ ਮੁਕੰਮਲ ਹੋਏ, ਨਾ ਕੈਪਟਨ ਅਮਰਿੰਦਰ ਦੇ ਰਾਜ 'ਚ ਮੁਕੰਮਲ ਹੋਏ। ਕਿਉਂ? ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ ਨਵਜੋਤ ਸਿੰਘ ਸਿੱਧੂ ਸ਼ੇਰਾਂ ਨਾ ਲੈ ਦੇ, ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ। ਨਵਜੋਤ ਸਿੰਘ ਸਿੱਧੂ ਨੇ ਬੜਾ ਪਵਿੱਤਰ ਸੁਨੇਹਾ ਦਿੱਤਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਰਿਹਾ, ਸਾਡੀ ਜਿੰਦ ਜਾਨ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ। ਸਾਰੀਆਂ ਪਾਰਟੀਆਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਦਰੋਹੀ ਕਰਾਰ ਦੇਣ ਲੱਗ ਗਈਆਂ, ਔਰ ਨਵਜੋਤ ਸਿੰਘ ਸਿੱਧੂ ਨੇ ਸੱਚ ਕਿਹਾ ਸੀ ਕਿ ਲਾਂਘਾ ਖੁੱਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਦੀ ਕਹੀ ਗੱਲ ਸੱਚ ਹੋਈ। ਕੈਪਟਨ ਅਮਰਿੰਦਰ ਔਰ ਉਹ ਲੋਕ ਜਿਹੜੇ ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਦੇਸ਼ ਦਰੋਹੀ ਹੈ, ਉਹ ਝੂਠੇ ਸਾਬਤ ਹੋਏ। ਸੱਚਾ ਦੇਸ਼ ਭਗਤ ਨਿਕਲਿਆ ਨਵਜੋਤ ਸਿੰਘ ਸਿੱਧੂ। ਔਰ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਾਡੇ ਲਈ ਜੀ ਪਰ ਇਹ ਬਹੁਤ ਵੱਡੀ ਦੇਣ ਸੀ ਸਾਰੇ ਸਾਡੇ ਪੰਜਾਬ। ਠੀਕ ਹੈ ਡੱਲਾ ਜੀ, ਬਹੁਤ ਸਾਰੇ ਸਵਾਲ ਤੁਹਾਡੇ ਵਾਲੇ ਪਾਸੇ ਆ ਰਹੇ ਨੇ। ਰਵਿੰਦਰ ਰਾਜਪੁਰਾ ਵੀ ਕੁਝ ਕਹਿਣਾ ਚਾਹ ਰਹੇ ਨੇ, ਉਸ ਤੋਂ ਬਾਅਦ ਮੈਂ ਮੋਹਿਤ ਜੀ ਤੁਹਾਡੇ ਕੋਲ ਆਵਾਂਗਾ। ਰਵਿੰਦਰ ਜੀ,
गौरव जी मैं बड़ा हैरान बनया जिवें डल्ला साहब ने जवाब दिता है। गल हो रही सी सिद्धू साहब दी। सिद्धू साहब बाहर दे राजनीतिक ने जिहड़े पिछले 15 सालों तो पावर च ने। पहला भावें 10 साल एमपी हुण उन्हां दी वाइफ एमएलए सीगी, उस तो बाद हुण 5 साल। जवाब सवाल कर किस नूं रहे ने? नशे दी जिहड़ी मेरे वीर ने गल कीती है, सब तो पहला जिहड़े प्रधान बनन तो बाद राजपुरे दे नेड़े एमएलए नूं आके जफ्फी पाई सी 134 बंदे पूरे पंजाब दे विच उहदे हलके दे विच बनी हुई नकली शराब पी के मरे सीगे। सब तो वड्डे शंभू दे कोल जिहड़ी नकली शराब दी फैक्टरी फड़ी गई सीगी 134 बंदे पूरे पंजाब दे विच तरन ताਰਨ ਦੇ ਵਿੱਚ ਤੇ ਉਧਰ ਅੰਮ੍ਰਿਤਸਰ ਵਾਲੀ ਸਾਈਡ ਉਹ ਜਾਲੀ ਸ਼ਰਾਬ ਰਾਜਪੁਰ ਦੀ ਫੜੀ ਹੋਈ ਕਾਰਪੋਰੇਸ਼ਨ ਬਣਾਉਣੀ ਹੈ। ਇਹ ਕਰਕੇ ਨਵਜੋਤ ਸਿੰਘ ਸਿੱਧੂ ਲੜ ਰਿਹਾ ਵੀ ਸਰਕਾਰੀ ਕਾਰਪੋਰੇਸ਼ਨ ਬਣਾਉਣੀ ਹੈ। ਅਕਾਲੀ ਬੀਜੇਪੀ ਦੇ ਕਿੰਨੇ ਲੀਡਰ ਨੇ? ਅਕਾਲੀ ਬੀਜੇਪੀ ਔਰ ਕਈ ਕਾਂਗਰਸ ਦੇ ਵੀ ਜਿਹੜੇ ਸ਼ਰਾਬ ਦਾ ਕੰਮ ਕਰਦੇ ਨੇ। ਨਹੀਂ ਕਰਨਾ ਚਾਹੀਦਾ ਲੀਡਰਾਂ ਨੂੰ ਸ਼ਰਾਬ ਦਾ ਕੰਮ। ਕੰਪਲੀਟ ਕਰ ਲੈਣ ਦਿਓ ਇੱਕ ਵਾਰੀ ਰਾਜਪੁਰਾ ਜੀ। ਰਵਿੰਦਰ ਜੀ ਕੰਪਲੀਟ ਕਰ ਲਓ ਤੁਸੀਂ। ਜਵਾਬ ਦਿਓ ਜਿਹੜੇ ਐਮਐਲਏ ਨੂੰ ਸਭ ਤੋਂ ਪਹਿਲਾਂ ਆ ਕੇ ਤੁਸੀਂ ਜੱਫੀ ਪਾਈ ਹੈ ਉਹਦੇ ਉੱਪਰ 700 ਕਰੋੜ ਰੁਪਏ ਦੀ ਜਾਲੀ ਸ਼ਰਾਬ ਵੇਚਣ ਦਾ ਆਰੋਪ ਲੱਗਦਾ ਹੈ। ਉਹਦੇ ਖਾਸ ਸਰਪੰਚ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਸਰਕਾਰੀ ਸ਼ਰਾਬ ਦੀ ਫੈਕਟਰੀ ਲੱਗੀ ਹੋਈ ਸੀਗੀ ਜਿਹੜੇ ਐਮਐਲਏ ਨੂੰ ਸਭ ਤੋਂ ਪਹਿਲਾਂ ਪ੍ਰਧਾਨ ਬਣਨ ਤੋਂ ਬਾਅਦ ਆ ਕੇ ਜੱਫੀ ਪਾਈ ਸੀਗੀ ਨਵਜੋਤ ਸਿੰਘ ਸਿੱਧੂ ਨੇ। ਤੁਸੀਂ ਕਿੱਦਾਂ ਸਿਸਟਮ ਨੂੰ ਠੀਕ ਕਰੋਗੇ? 134 ਬੰਦੇ ਪੂਰੇ ਪੰਜਾਬ ਦੇ ਵਿੱਚ ਘਨੌਰ ਦੀ ਜਾਲੀ ਸ਼ਰਾਬ ਪੀ ਕੇ ਮਰੇ ਸੀਗੇ। ਤੁਸੀਂ ਦੱਸੋ ਗੱਲਾਂ ਇੱਕ ਛੋਟਾ ਜਿਹਾ ਜਵਾਬ। ਮੋਹਿਤ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਇੱਕ ਛੋਟਾ ਜਿਹਾ ਜਵਾਬ। ਰਵਿੰਦਰ ਜੀ ਤੁਹਾਡੀ ਗੱਲ ਆ ਗਈ। ਠੀਕ ਹੈ, ਤੁਸੀਂ ਨਸ਼ੇ ਦੇ ਮੁੱਦੇ ਦੇ ਉੱਤੇ ਸਵਾਲ ਚੁੱਕ ਰਹੇ ਹੋ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਲੀਡਰਸ਼ਿਪ ਹੈ ਜਿਹੜੀ ਉਹ ਵਿਰੋਧ ਕਰਦੀ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਸਿਸਟਮ ਬਦਲਣਾ ਚਾਹੁੰਦਾ ਹੈ। ਨਾ ਕੋਈ ਅਕਾਲੀ ਲੀਡਰ ਸ਼ਰਾਬ ਦਾ ਕੰਮ ਕਰ ਸਕੇ, ਨਾ ਕੋਈ ਕਾਂਗਰਸੀ ਲੀਡਰ ਸ਼ਰਾਬ ਦਾ ਕੰਮ ਕਰ ਸਕੇ, ਨਾ ਕੋਈ ਆਪ ਵਾਲਾ। ਇਹੀ ਸਿਸਟਮ ਬਦਲਣਾ ਚਾਹੁੰਦਾ ਨਵਜੋਤ ਸਿੰਘ ਸਿੱਧੂ। ਜੇ ਸ਼ਰਾਬ ਵਿਕਣੀ ਹੈ, ਕਿਉਂਕਿ ਕਾਨੂੰਨੀ ਤੌਰ ਤੇ ਵਿਕ ਸਕਦੀ ਹੈ, ਕਿ ਉਹ ਸਰਕਾਰ ਦੇ ਖਜ਼ਾਨੇ 'ਚ ਪੈਸੇ ਦੇਵੇ ਤੇ ਕਾਰਪੋਰੇਸ਼ਨ ਬਣਾ ਕੇ ਸਰਕਾਰੀ ਕੰਮ ਹੋਵੇ ਸ਼ਰਾਬ ਦਾ। ਚਲੋ ਠੀਕ ਹੈ ਸਰ, ਕੋਈ ਨਹੀਂ ਜਾਲੀ ਸ਼ਰਾਬ ਬਣਾ ਸਕੂਗਾ ਨਾ ਐਮਐਲਏ ਨਾ। ਪਰ ਸਵਾਲ ਤਾਂ ਇਹੀ ਹੈ, ਜਿਹੜੀ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਆਏ ਸੀ ਉਸ ਦੇ ਉੱਪਰ ਵੀ ਕੁਐਸਚਨ ਮਾਰਕ ਹੈ ਕਿ ਉਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕੀ ਹੋਈ, ਕਿੰਨਿਆਂ ਦੇ ਖਿਲਾਫ ਪਰਚੇ ਹੋਏ ਆ। ਉਹ ਲਾਜ਼ਮੀ ਤੌਰ ਤੇ ਨਹੀਂ ਕੰਮ ਕਰਦੇ ਨੇ। ਹਾਂ ਬਿਲਕੁਲ, ਅਸੀਂ ਲੀਡਰ ਵੀ ਕਿੰਨੇ ਸ਼ਰਾਬ ਦਾ ਕੰਮ ਕਰਦੇ ਨੇ। ਗੌਰਵ ਜੀ ਸਵਾਲ ਇਹ ਹੈ ਕਿ ਸਰਕਾਰੀ ਕਾਰਪੋਰੇਸ਼ਨ ਬਣੇ ਔਰ ਪੋਲੀਟੀਕਲ ਲੋਕ ਸ਼ਰਾਬ ਦਾ ਕੰਮ ਨਾ ਕਰ ਸਕਣ, ਨਾ ਠੇਕਾ ਬਣਾ ਸਕਣ, ਨਾ ਸ਼ਰਾਬ ਦੀ ਫੈਕਟਰੀ ਬਣਾ ਸਕਣ। ਉਹ ਕੰਮ ਸਰਕਾਰ ਕਰੇ। ਪਰ ਦੇਖਣਾ ਹੋਏਗਾ ਨਾ ਕਿ ਸਰਕਾਰ ਉਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ। ਠੀਕ ਹੈ ਮੋਹਿਤ ਗੁਪਤਾ ਜੀ, ਮੇਰਾ ਸਵਾਲ ਹੈ ਇੱਕ, ਤੁਸੀਂ ਵੀ ਕੁਝ ਕਹਿਣਾ ਚਾਹ ਰਹੇ ਹੋ ਕਿ ਬਿਕਰਮ ਮਜੀਠੀਆ ਨੂੰ ਉੱਥੇ ਉਤਾਰਨਾ ਆਪਣੇ ਪਾਰਟੀ ਵਰਕਰਾਂ ਕੈਡਰ ਦੇ ਵਿੱਚ ਇੱਕ ਬੂਸਟ ਦੇਣ ਵਾਸਤੇ, ਜੋਸ਼ ਭਰਨ ਦੇ ਵਾਸਤੇ ਜ਼ਰੂਰੀ ਹੋ ਗਿਆ ਸੀ ਅਕਾਲੀ ਦਲ ਦੇ ਲਈ? ਨਹੀਂ ਦੇਖੋ, ਅਕਾਲੀ ਦਲ ਲਈ ਜ਼ਰੂਰੀ ਨਹੀਂ। ਜਿਸ ਤਰੀਕੇ ਦੀ ਭਾਸ਼ਾ ਸਰਦਾਰ ਨਵਜੋਤ ਸਿੰਘ ਸਿੱਧੂ ਯੂਜ਼ ਕਰ ਰਹੇ ਸੀ ਉਹਦਾ ਜਵਾਬ ਉਹਨਾਂ ਦੀ ਸ਼ੈਲੀ 'ਚ ਦੇਣਾ ਜ਼ਰੂਰੀ ਸੀ। ਦੂਸਰੀ ਗੱਲ ਜਿਹੜੀ ਡੱਲਾ ਜੀ ਗੱਲ ਕਰ ਰਹੇ ਸੀ, ਮਤਲਬ ਮੈਂ ਇਹਨਾਂ ਤੋਂ ਇੱਕ ਗੱਲ ਪੁੱਛੂੰਗਾ। ਸੋਈ ਸਾਹਿਬ ਨੇ ਵੀ ਗੱਲ ਕੀਤੀ ਹੈ ਵੀ ਜਿਹੜੇ ਜੋੜੇ ਫਾਟਕ ਤੇ ਕਾਂਡ ਹੋਇਆ ਦੁਸ਼ਹਿਰੇ ਵਾਲੇ ਦਿਨ, ਸਿੱਧੂ ਸਾਹਿਬ ਨੇ ਉਹਨਾਂ ਨੂੰ ਨੌਕਰੀਆਂ ਦਵਾਈਆਂ। ਅੱਜ ਡੱਲਾ ਜੀ ਕਹਿ ਰਹੇ ਆ ਜੀ ਸ਼ਰਾਬ ਦਾ ਇਹ ਹੋਣਾ ਚਾਹੀਦਾ। ਉਹ ਡੱਲਾ ਸਾਹਿਬ ਤੁਸੀਂ ਇਹ ਭੁੱਲ ਰਹੇ ਹੋ 5 ਸਾਲ ਤੋਂ ਸਰਦਾਰ ਨਵਜੋਤ ਸਿੰਘ ਰੂਲਿੰਗ ਪਾਰਟੀ ਦੇ ਐਮਐਲਏ ਨੇ, 2.5 ਸਾਲ ਉਹ ਮੰਤਰੀ ਰਹੇ ਨੇ, 4 ਮਹੀਨਿਆਂ ਤੋਂ ਰੂਲਿੰਗ ਪਾਰਟੀ ਦੇ ਪ੍ਰਧਾਨ ਨੇ। ਦੂਸਰੀ ਗੱਲ ਜਿਹੜੀ ਤੁਸੀਂ ਸਟਾਰਟਿੰਗ 'ਚ ਕੀਤੀ ਸੀ ਝੂਠੀ ਐਫਆਈਆਰ ਵਾਲੀ, ਸੋਨੂੰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਤੇ ਝੂਠੀ ਐਫਆਈਆਰ ਕਰਨ ਲਈ 4 ਡੀਜੀਪੀ ਬਦਲਨੇ ਪਏ, ਤੁਹਾਡੇ ਪ੍ਰਧਾਨ ਨੂੰ ਬਿਆਨ ਦੇਣਾ ਪਿਆ, ਅਸਤੀਫਾ ਦੇਣਾ ਪਿਆ। ਔਰ ਤੁਸੀਂ ਕਹਿੰਦੇ ਹੋ ਨਵਜੋਤ ਸਿੰਘ ਸਿੱਧੂ ਝੂਠੇ ਪਰਚੇ ਨਹੀਂ ਦਰਜ ਕਰਾਉਂਦਾ। ਨਵਜੋਤ ਸਿੰਘ ਸਿੱਧੂ ਤੋਂ ਵੱਡਾ ਝੂਠਾ ਵਿਅਕਤੀ, ਮਹੱਤਵਕਾਂਸ਼ੀ ਪੂਰੇ ਦੇਸ਼ ਦੀ ਸਿਆਸਤ 'ਚ ਨਹੀਂ ਹੋ ਸਕਦਾ। ਦੂਸਰੀ ਗੱਲ ਮੈਂ ਤੁਹਾਨੂੰ ਕਹਿਣਾ, ਕੱਲ ਸੁਪਰੀਮ ਕੋਰਟ ਨੇ ਝਾੜ ਪਾਈ ਹੈ ਸਰਦਾਰ ਵਿਕਰਮਜੀਤ ਸਿੰਘ ਨੂੰ 3 ਤਰੀਕ ਤੱਕ ਦੀ ਰੈਸਟ ਤੇ ਝਾੜ ਪਾਈ ਹੈ। ਡੱਲਾ ਸਾਹਿਬ ਤੁਸੀਂ ਸੀਨੀਅਰ ਜਰਨਲਿਸਟ ਹੋ, ਪਰ ਤੁਸੀਂ ਜਿਹੜੀਆਂ ਗੱਲਾਂ ਇੱਥੇ ਬੈਠ ਕੇ ਕਰ ਰਹੇ ਹੋ ਮੈਨੂੰ ਤੁਸੀਂ ਜਵਾਬ ਦਿਓ। 80 ਜਿਹੜੇ ਪਰਿਵਾਰ ਬੱਚੇ ਸ਼ਹੀਦ, ਜਿਹੜੇ ਬੰਦੇ ਸ਼ਹੀਦ ਹੋਏ ਦੁਸ਼ਹਿਰੇ ਵਾਲੇ ਦਿਨ, ਉਹਨਾਂ ਦਾ ਤੁਸੀਂ ਕੀ ਕੀਤਾ? ਉਹ ਈਸਟ ਦੇ ਬੰਦੇ। ਮੇਰੀ ਗੱਲ ਸੁਣੋ, ਕੱਲਾ ਜਿਹੜੀ ਆਮ ਆਦਮੀ, ਇੱਕ ਮਿੰਟ ਮੇਰੀ ਗੱਲ ਸੁਣੋ, ਜਿਹੜੀ ਆਮ ਆਦਮੀ ਪਾਰਟੀ ਦੇ ਨੇਤਾ ਨੇ ਵੀ ਗੱਲ ਕਹੀ ਹੈ, ਤੁਸੀਂ ਕੱਲੇਵਾਦ ਨਵਜੋਤ ਸਿੰਘ ਸਿੱਧੂ ਨੇ ਜਿਹੜੇ 18 ਸਾਲਾਂ ਤੋਂ ਪਾਵਰ 'ਚ ਨੇ, ਤੁਸੀਂ ਆਪ ਕਿਹਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ, ਸਰਦਾਰ ਸੁਖਬੀਰ ਸਿੰਘ ਬਾਦਲ ਨਾਲ, ਉਹਨਾਂ ਨੇ ਕਦੇ ਵੀ ਵਿਕਾਸ ਦੀ ਗੱਲ ਨਹੀਂ ਕੀਤੀ। ਨਵਜੋਤ ਸਿੰਘ ਸਿੱਧੂ ਨੇ, ਉਹਨਾਂ ਦੀ ਮਹੱਤਵਕਾਂਸ਼ਾ ਰਹੀ ਹੈ ਵੀ ਮੇਰੇ ਪਰਿਵਾਰ ਨੂੰ ਜਾਂ ਮੈਨੂੰ ਕਿਸ ਤਰੀਕੇ ਕੋਈ ਨਾ ਕੋਈ ਕੁਰਸੀ ਮਿਲ ਜੇ। ਜਦੋਂ ਉਹਨਾਂ ਨੂੰ ਕੁਰਸੀ ਨਹੀਂ ਮਿਲਦੀ, ਉਹਦੀ ਜਿਹੜੀ ਉਹ ਛਟਪਟਾਹਟ ਹੈ, ਉਹਨਾਂ ਦੀ ਫਰਸਟ੍ਰੇਸ਼ਨ ਹੈ, ਉਹ ਉਹਨਾਂ ਤੋਂ ਮੰਦੀ ਭਾਸ਼ਾ ਬੁਲਵਾਉਂਦੀ ਹੈ ਦੂਜੇ ਲੀਡਰਾਂ ਲਈ। ਕੱਲਾ ਇੱਕ ਨਹੀਂ, ਉਹਨਾਂ ਨੇ ਕੱਲਾ
ਸ਼੍ਰੋਮਣੀ ਅਕਾਲੀ ਦਲ ਨਹੀਂ, ਬੀਜੇਪੀ ਦੀ ਲੀਡਰਸ਼ਿਪ ਨਹੀਂ, ਉਹਨਾਂ ਨੇ ਕਾਂਗਰਸ ਨੂੰ ਵੀ ਆਪਦੀ ਜਿਹੜੀ ਪਾਰਟੀ ਜਦੋਂ ਬੀਜੇਪੀ ਸੀ ਬੀਜੇਪੀ ਦੀ ਉਦੋਂ ਵੀ ਲੀਡਰਸ਼ਿਪ ਨਾਲ ਤੁਸੀਂ ਆਪ ਮੰਨਿਆ ਵੀ ਧਰੋ ਕਮਾਇਆ। ਉਹਨਾਂ ਨੇ ਅਰੁਣ ਜੇਟਲੀ ਜੀ ਦੀ ਇਲੈਕਸ਼ਨ ਇੱਥੋਂ ਹਰਾਈ ਹੈ, ਵਿੱਚ ਰਹਿ ਕੇ ਹਰਾਈ ਹੈ, ਔਰ ਅੱਜ ਕਾਂਗਰਸ ਦੇ ਖਿਲਾਫ ਵੀ ਉਹਨਾਂ ਨੇ ਕੰਮ ਕੀਤਾ। ਇਸ ਲਈ ਜਿਹੜਾ ਡੱਲਾ ਸਾਹਿਬ ਜਿਹੜਾ ਵਿਅਕਤੀ ਅਤੀ ਮਹੱਤਵਕਾਂਸ਼ੀ ਹੋਵੇ ਉਸ ਵਿਅਕਤੀ ਦੀ ਮੈਨੂੰ ਨਹੀਂ ਲੱਗਦਾ ਵਕਾਲਤ ਕਰਨਾ ਕੋਈ ਚੰਗੀ ਗੱਲ ਹੈ। ਠੀਕ ਹੈ, ਸੋਈ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਤੁਹਾਡੇ 2-3 ਪੁਆਇੰਟ ਨੇ ਮੋਹਿਤ ਜੀ, ਮੈਂ ਉਸ ਦੇ ਉੱਤੇ ਰਿਐਕਸ਼ਨ ਜ਼ਰੂਰ ਲਵਾਂਗਾ। ਸੋਈ ਸਾਹਿਬ ਦੇਖੋ ਗੌਰਵ ਜੀ, ਮੈਂ ਤੁਹਾਨੂੰ ਆਹੋ ਕਹਿਣਾ ਚਾਹੁੰਦਾ, ਇਹਨਾਂ ਨੇ ਨਵਜੋਤ ਸਿੰਘ ਸਿੱਧੂ ਵੀ ਟਰਾਈ ਕਰ ਲਿਆ, ਇਹਨਾਂ ਨੇ ਵਿਕਰਮ ਮਜੀਠੀਆ ਉਹਨਾਂ ਨੂੰ ਵੀ ਟਰਾਈ ਕੀਤਾ ਮਜੀਠੇ ਦੇ ਵਿੱਚ। ਹੁਣ ਇੱਕ ਬੀਜੇਪੀ ਨੂੰ ਨਿਰੋਲ ਮੌਕਾ ਮਿਲਣਾ ਚਾਹੀਦਾ ਹੈ, ਕਿਉਂਕਿ ਬੇਸਿਕਲੀ ਇਹ ਬੀਜੇਪੀ ਦੀ ਕਨਸਟੀਟੂਐਂਸੀ ਹੈ। ਇੱਥੇ ਬੀਜੇਪੀ ਨੇ ਲੋਕਾਂ ਦੀ ਸੇਵਾ ਵੀ ਕੀਤੀ ਹੈ। ਜਦੋਂ 80 ਬੰਦਿਆਂ ਦਾ ਉੱਥੇ ਡੈਥ ਹੋਈ ਸੀ ਕਿ ਦੁਸ਼ਹਿਰਾ ਗਰਾਊਂਡ 'ਚ, ਤੇ ਬੀਜੇਪੀ ਦੇ ਆਰਐਸਐਸ ਦੇ ਵਰਕਰਾਂ ਨੇ ਜਾ ਕੇ ਉਹਨਾਂ ਨੂੰ ਘਰੋਂ ਘਰ ਪਹੁੰਚਾਇਆ, ਲੰਗਰ ਖਵਾਇਆ, ਉਹਨਾਂ ਦੀਆਂ ਧੀਆਂ ਭੈਣਾਂ ਦੀ ਰੱਖਿਆ ਕੀਤੀ। ਤੇ ਹੁਣ ਵੀ ਬੀਜੇਪੀ ਨੂੰ ਮੌਕਾ ਦਿਓ ਤਾਂ ਕਿ ਈਸਟ ਦੀ ਇਲਾਕੇ ਦੀ ਨੁਹਾਰ ਜਿਹੜੀ ਹੈ ਉਹ ਠੀਕ ਕੀਤੀ ਜਾਵੇ। ਆ ਜਿਹੜੀਆਂ ਪਾਰਟੀਆਂ ਨੇ, ਚਾਹੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਤੁਸੀਂ ਸਾਰਿਆਂ ਨੇ ਵੇਖਿਆ, ਵਿਕਰਮ ਮਜੀਠੀਆ ਉਹਨਾਂ ਦੇ ਬੜੇ ਸਾਰੇ ਇਲਜ਼ਾਮ ਲੱਗੇ ਨੇ। ਨਹੀਂ ਸੋਈ ਸਾਹਿਬ, ਜੇ ਵਿਕਾਸ ਨੂੰ ਲੈ ਕੇ ਸਵਾਲ ਚੁੱਕ ਰਹੇ ਹੋ ਤਾਂ 2012 ਤੋਂ 17 ਤੱਕ ਤੁਹਾਡੇ ਵਿਧਾਇਕ ਰਹੇ, ਬੀਜੇਪੀ ਦੇ ਵਿਧਾਇਕ ਸੀ ਨਾ ਉੱਥੇ, ਲੇਕਿਨ ਹੁਣ ਪਿਛਲੇ ਨਵਜੋਤ ਕੌਰ ਸਿੱਧੂ ਬੀਜੇਪੀ ਦੀ ਟਿਕਟ ਦੇ ਉੱਤੇ ਜਿੱਤੇ ਸੀਗੇ। ਇਸ ਵਕਤ ਮੌਕਾ ਸਿਰਫ ਬੀਜੇਪੀ ਨੂੰ ਮਿਲਣਾ ਚਾਹੀਦਾ। ਬੀਜੇਪੀ ਲੋਕਾਂ ਦੀ ਵੋਟਾਂ ਦੀ ਅੰਮ੍ਰਿਤਸਰ ਈਸਟ ਇਲਾਕੇ ਦੇ ਵਿੱਚ ਹੱਕਦਾਰ ਹੈ ਤੇ ਬੀਜੇਪੀ ਕਮਿਟਡ ਹੈਗੀ ਹੈ ਕਿ ਉਹ ਲੋਕਾਂ ਦੇ ਸਾਰੇ ਮਸਲੇ ਠੀਕ ਕਰਕੇ ਈਸਟ ਨੂੰ ਇੱਕ ਮਾਡਲ ਕਨਸਟੀਟੂਐਂਸੀ ਸਾਡੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਅੰਦਰ ਵੜਦੇ ਆ। ਜਦੋਂ ਹੀ ਵੜਦੇ ਆ ਤੇ ਠੀਕ ਹੈ, ਪਰ ਤੁਸੀਂ ਦੇਖੋ, ਨਹੀਂ ਸੋਈ ਸਾਹਿਬ, ਗੱਲ ਇਹ ਹੈ ਕਿ ਤੁਸੀਂ ਦਾਵਾ ਕਰ ਰਹੇ ਹੋ ਜਿੱਤ ਦਾ, ਪਰ ਗੱਲ ਇਹ ਵੀ ਹੈ ਕਿ ਜਦੋਂ ਅਕਾਲੀ ਦਲ ਬੀਜੇਪੀ ਦਾ ਗਠਜੋੜ ਸੀ 2017 ਦੇ ਵਿੱਚ, ਉਸ ਸਮੇਂ ਤੁਹਾਡਾ ਕੈਂਡੀਡੇਟ 42,000 ਵੋਟਾਂ ਤੋਂ ਹਾਰ ਗਿਆ ਸੀ। ਇਹ ਵਾਰ-ਵਾਰ ਕਾਂਗਰਸੀ ਕਹਿੰਦੇ ਨੇ ਕਿ ਦੇਖੋ ਸਿੱਧੂ ਨੇ ਇਸ ਵਾਰ ਮਜੀਠੀਆ ਨੂੰ ਵੀ ਇਸ ਤਰੀਕੇ ਨਾਲ ਹਰਾ ਦੇਣਾ ਹੈ। ਮੈਂ ਰਵਿੰਦਰ ਰਾਜਪੁਰਾ, ਠੀਕ ਹੈ, ਤੁਸੀਂ ਝੂਠ ਬੋਲਿਆ ਗਿਆ ਸੀਗਾ, ਝੂਠ ਬੋਲ ਕੇ ਸਿੱਧੂ ਸਾਹਿਬ ਨੂੰ ਆਰਟ ਆਫ ਲਾਈਂਗ ਬੜਾ ਵਧੀਆ ਆਉਂਦਾ ਹੈ। ਆਰਟ ਆਫ ਲਾਈਂਗ ਕਰਕੇ ਉਹ ਜਿੱਤੇ ਸੀਗੇ। ਉਹ ਆਰਟ ਆਫ ਲਾਈਂਗ ਐਕਸਪੋਜ਼ ਹੋ ਚੁੱਕਾ ਹੈ। ਨਾਓ ਓਨਲੀ ਬੀਜੇਪੀ ਵਿਲ ਵਿਨ ਦਿਸ ਸੀਟ। ਠੀਕ ਹੈ, ਰਵਿੰਦਰ ਰਾਜਪੁਰਾ ਜੀ, ਤੁਸੀਂ ਮੁੱਦਿਆਂ ਦਾ ਜ਼ਿਕਰ ਕਰ ਰਹੇ ਹੋ, ਪਰ ਤੁਹਾਡੇ ਕੈਂਡੀਡੇਟ ਕੀ ਵਾਕਈ ਹੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਮੁੱਦਿਆਂ ਦਾ ਜ਼ਿਕਰ ਕਰਕੇ ਦੋ ਵੱਡੇ ਧੁਰੰਧਰਾਂ ਨੂੰ ਮਾਤ ਦੇਣ ਦਾ ਦਮ ਰੱਖਦੇ ਨੇ? ਕਿਉਂਕਿ ਦਾਵਾ ਇਸ ਸਮੇਂ ਇਹ ਵੀ ਕੀਤਾ ਜਾ ਰਿਹਾ ਕਿ ਇਸ ਸੀਟ ਦਾ ਅਸਰ ਮਾਝੇ ਦੇ ਵਿੱਚ ਹੋਰ ਸੀਟਾਂ ਤੇ ਵੀ ਨਜ਼ਰ ਆ ਸਕਦਾ ਹੈ, ਔਰ ਮਾਝਾ ਆਮ ਆਦਮੀ ਪਾਰਟੀ ਦੇ ਲਈ ਪਿਛਲੀ ਵਾਰ ਕਿਹੋ ਜਿਹਾ ਸਾਬਿਤ ਹੋਇਆ, ਕਿਸੇ ਤੋਂ ਲੁਕਿਆ ਨਹੀਂ, ਤੁਹਾਡਾ ਖਾਤਾ ਵੀ ਨਹੀਂ ਖੁੱਲਿਆ ਸੀ ਮਾਝੇ ਦੇ ਵਿੱਚ। ਗੌਰਵ ਜੀ, ਇਹ ਚੋਣਾਂ ਜਿਹੜੀਆਂ 2022 ਵਾਲੀਆਂ ਹੋਣ ਜਾ ਰਹੀਆਂ ਨੇ ਬਹੁਤ ਇਤਿਹਾਸਕ ਚੋਣਾਂ ਨੇ। ਵੈਸੇ ਤਾਂ ਸਾਰੀ ਚੋਣਾਂ ਇਤਿਹਾਸਕ ਹੁੰਦੀਆਂ ਨੇ, ਪਰ ਇਹ ਬਹੁਤ ਜ਼ਿਆਦਾ ਇਤਿਹਾਸਕ ਨੇ ਕਿਉਂਕਿ ਬਹੁਤ ਵੱਡੇ ਜਿਹੜੇ ਥੰਬ ਆਪਣੇ ਆਪ ਨੂੰ ਕਹਾਉਂਦੇ ਸੀਗੇ ਇਹਨਾਂ 2022 ਦੀ ਚੋਣਾਂ ਦੇ ਵਿੱਚ ਗਿਰਨੇ ਨੇ। ਉਹਦਾ ਕਾਰਨ ਕੀ ਹੈ? ਕਿਉਂਕਿ ਪੰਜਾਬ ਦੇ ਲੋਕ ਬਦਲਾਅ ਦੀ ਰਾਜਨੀਤੀ ਨੂੰ, ਚੇਂਜ ਦੀ ਰਾਜਨੀਤੀ ਨੂੰ ਵੋਟ ਪਾ ਰਹੇ ਨੇ। ਪੰਜਾਬ ਦੇ ਲੋਕ ਇੱਕ ਤੀਜੀ ਧਿਰ ਨੂੰ ਵੋਟ ਪਾ ਰਹੇ ਨੇ। ਪੰਜਾਬ ਦੇ ਲੋਕ ਕੇਜਰੀਵਾਲ ਤੇ ਭਗਵੰਤ ਮਾਨ ਦੀ ਸੋਚ ਨੂੰ ਵੋਟ ਪਾ ਰਹੇ ਨੇ। ਪੰਜਾਬ ਦੇ ਲੋਕ ਆਮ ਲੋਕਾਂ ਦੀ ਬੇਸਿਕ ਲੋੜਾਂ ਲਈ ਵੋਟ ਪਾ ਰਹੇ ਨੇ। ਤੇ ਇਸ ਆਉਣ ਵਾਲੀ 2022 ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜੀਵਨਜੋਤ ਕੌਰ ਜੀ ਜਿਹੜੇ ਹੈਗੇ ਨੇ ਉਹ ਬਹੁਤ ਵਧੀਆ ਮਾਰਜਨ ਨਾਲ ਜਿੱਤਣਗੇ ਤੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਊਗਾ ਕਿ ਪੰਜਾਬ ਦੇ ਵੱਡੇ ਤੋਂ ਵੱਡੇ ਜਿਹੜੇ ਧੁਰੰਧਰ ਸੀਗੇ, ਜਿਵੇਂ ਸ਼ੀਲਾ ਦੀਕਸ਼ਿਤ ਨੂੰ ਹਰਾਇਆ ਸੀਗਾ, ਔਰ ਵੱਡੇ ਥੰਬ ਦਿੱਲੀ ਦੇ ਵਿੱਚ ਗਿਰੇ ਸੀਗੇ ਜਦੋਂ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਇਲੈਕਸ਼ਨ ਲੜਿਆ ਸੀਗਾ, ਉਦਾਂ ਦਾ ਕੁਝ ਜਿਹੜਾ ਨਜ਼ਾਰਾ ਹੈ ਤੁਹਾਨੂੰ ਪੰਜਾਬ ਦੇ ਇਸ ਠੀਕ ਹੈ ਡੱਲਾ ਸਾਹਿਬ, ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਗੱਲਬਾਤ ਹੋ ਰਹੀ ਹੈ, ਪਰ ਦਾਵਾ ਇਹ ਹੋ ਰਿਹਾ ਕਿ ਜਿੱਤ ਹਾਸਲ ਹੋਏਗੀ, ਉਹ ਚਾਹੇ ਹੁਣ ਆਮ ਆਦਮੀ ਪਾਰਟੀ ਹੋਵੇ, ਬੀਜੇਪੀ ਹੋਵੇ, ਖਾਸ ਤੌਰ ਤੇ ਅਕਾਲੀ ਦਲ ਤਾਂ ਵਾਰ-ਵਾਰ ਇਹ ਕਹਿ ਰਿਹਾ ਕਿ ਮਜੀਠਾ ਹਲਕਾ ਵੀ ਜਿੱਤਾਂਗੇ ਤੇ ਅੰਮ੍ਰਿਤਸਰ ਈਸਟ ਵੀ। ਪਲਾਨ ਕੀ ਹੈ ਤੁਹਾਡੇ ਕੋਲ? ਕਿਉਂਕਿ 10 ਸਾਲ ਦੀ ਐਂਟੀ ਇਨਕੰਬੈਂਸੀ ਤੁਹਾਡੇ ਤੇ ਭਾਰੀ ਨਾ ਪੈ ਜਾਵੇ। 2 ਵਾਰ ਸਿੱਧੂ ਪਰਿਵਾਰ ਉੱਥੋਂ ਵਿਧਾਇਕ ਚੁਣਿਆ ਗਿਆ 2012 ਤੇ 17 ਦੇ ਵਿੱਚ। ਦੇਖੋ, ਦੋ ਚੀਜ਼ਾਂ ਨੇ। ਹਰ ਕੋਈ ਜਦੋਂ ਚੋਣਾਂ 'ਚ ਖੜਾ ਹੁੰਦਾ ਉਹ ਜਿੱਤਣ ਦੀ ਉਮੀਦ ਨਾਲ ਖੜਾ ਹੁੰਦਾ। ਸਾਡੇ ਬਹੁਤ ਸਾਰੇ ਲੋਕ ਨੇ ਉਹ ਰਾਸ਼ਟਰਪਤੀ ਦੀਆਂ ਚੋਣਾਂ ਵੀ ਲੜਦੇ ਨੇ। ਬਹੁਤ ਸਾਰੇ ਲੋਕ ਨੇ ਜਿਹੜੇ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਕਦੀ ਸਾਡਾ ਦਾਅ ਲੱਗ ਜੇ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ, ਪਹਿਲਾਂ ਸ਼ਰਾਬ ਦੀ ਗੱਲ ਬਹੁਤ ਹੋਈ। ਆਮ ਆਦਮੀ ਪਾਰਟੀ ਨੇ ਦਿੱਲੀ 'ਚ ਸਰਕਾਰੀ ਸ਼ਰਾਬ ਦੀ ਪਾਲਿਸੀ ਬਦਲ ਕੇ ਸ਼ਰਾਬ ਦਾ ਪ੍ਰਾਈਵੇਟਾਈਜੇਸ਼ਨ ਕਰਤਾ। ਪ੍ਰਾਈਵੇਟ ਹੱਥਾਂ 'ਚ ਸ਼ਰਾਬ ਦੇਤੀ ਦਿੱਲੀ ਦੀ। ਪੰਜਾਬ ਦੀ ਇਹੀ ਸਮੱਸਿਆ ਹੈ। ਪੰਜਾਬ 'ਚ ਤਾਂ ਪਹਿਲਾਂ ਹੀ ਸ਼ਰਾਬ ਪ੍ਰਾਈਵੇਟ ਹੱਥਾਂ 'ਚ ਸਰਕਾਰੀ ਹੋਣੀ ਚਾਹੀਦੀ। ਹੁਣ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਸਰਕਾਰੀ ਤੋਂ ਪ੍ਰਾਈਵੇਟ ਕਰਤੀ ਤੇ ਪੰਜਾਬ 'ਚ ਕੀ ਅਰਵਿੰਦ ਕੇਜਰੀਵਾਲ ਪ੍ਰਾਈਵੇਟ ਤੋਂ ਸਰਕਾਰੀ ਕਰਨਗੇ? ਮਤਲਬ ਦਿੱਲੀ ਤੋਂ ਉਲਟ ਪਾਲਿਸੀ ਪੰਜਾਬ 'ਚ ਲੈ ਕੇ ਆਉਣਗੇ। ਸਵਾਲ ਇਹ ਅਰਵਿੰਦ ਕੇਜਰੀਵਾਲ ਦੇ ਬਹੁਤ ਵੱਡਾ ਹੈ ਜੀ। ਔਰ ਦੂਸਰੀ ਗੱਲ,
ਤੁਸੀਂ ਜਿਹੜੀ ਗੱਲ ਕਹਿੰਦੇ ਹੋ ਕਿ ਐਂਟੀ ਇਨਕੰਬੈਂਸੀ, ਦੇਖੋ ਨਵਜੋਤ ਸਿੰਘ ਸਿੱਧੂ ਨੇ ਇਸ਼ੂ ਬੇਸਡ ਪੋਲਿਟਿਕਸ ਕੀਤੀ ਹੈ। ਅੱਜ ਸੁਖਬੀਰ ਬਾਦਲ, ਮੈਂ ਸੁਣ ਰਿਹਾ ਸੀ ਕੱਲ ਪਰਸੋਂ ਤੁਹਾਡੇ ਪ੍ਰੋਗਰਾਮ 'ਚ, ਸੁਖਬੀਰ ਬਾਦਲ ਜੀ ਕਹਿੰਦੇ ਅਸੀਂ ਕਾਰਪੋਰੇਸ਼ਨ ਬਣਾਵਾਂਗੇ ਰੇਤੇ ਦੀ, ਸ਼ਰਾਬ ਦੀ। ਇਹ ਕਿਉਂ ਕਹਿਣਾ ਪਿਆ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ? ਕਿਉਂਕਿ ਨਵਜੋਤ ਸਿੰਘ ਸਿੱਧੂ ਲੋਕਾਂ ਨੂੰ ਸਮਝਾ ਚੁੱਕਿਆ ਪੰਜਾਬ ਦੇ ਕਿ ਪੰਜਾਬ 'ਚ ਰੇਤਾ ਸਾਨੂੰ ਖਜ਼ਾਨਾ ਦਊਗਾ। ਪੋਲੀਟੀਕਲ ਪਾਰਟੀਆਂ ਦੇ ਲੀਡਰ ਰੇਤਾ ਵੇਚ ਕੇ ਅਮੀਰ ਹੋ ਗਏ ਤੇ ਪੰਜਾਬ ਗਰੀਬ ਹੋ ਗਿਆ। ਨਵਜੋਤ ਸਿੰਘ ਸਿੱਧੂ ਦੀ ਲੜਾਈ ਇਸੇ ਸਿਸਟਮ ਨਾਲ ਹੈ, ਕਿਸੇ ਇੱਕ ਵਿਅਕਤੀ ਨਾਲ ਨਹੀਂ, ਸਿਸਟਮ ਨਾਲ ਹੈ। ਸਰਕਾਰੀ ਰੇਤਾ ਵਿਕੂਗਾ ਤੇ ਸਾਡੇ ਖਜ਼ਾਨੇ 'ਚ ਪੈਸਾ ਆਊਗਾ। ਅੱਜ ਸੁਖਬੀਰ ਬਾਦਲ ਵੀ ਕਹਿ ਰਿਹਾ ਕਿ ਅਸੀਂ ਕਾਰਪੋਰੇਸ਼ਨ ਬਣਾਵਾਂਗੇ। ਕਿਉਂ? ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਇੱਕ ਪੰਜਾਬੀ ਦੇ ਜ਼ਹਿਨ 'ਚ ਗੱਲ ਪਾਤੀ ਕਿ ਸਾਡਾ ਰੇਤਾ ਸਰਕਾਰੀ ਵਿਕੇ, ਸਾਡੀ ਸ਼ਰਾਬ ਸਰਕਾਰੀ ਵਿਕੇ ਤੇ ਸਾਨੂੰ ਖਜ਼ਾਨੇ 'ਚ ਪੈਸੇ ਆਉਣ। ਹਾਂ ਠੀਕ ਹੈ, ਉਸ ਪੁਆਇੰਟ ਦੇ ਉੱਤੇ ਆਉਂਗਾ ਮੈਂ। ਇੱਕ ਛੋਟਾ ਜਿਹਾ ਕਮੈਂਟ ਤੁਹਾਡਾ, ਪਿਛਲੀ ਵਾਰ 42000 ਵੋਟਾਂ ਤੇ ਫਰਕ ਦੇ ਨਾਲ ਜਿੱਤੇ ਸੀ, ਇਸ ਵਾਰ ਕੀ ਉਮੀਦ ਕਰਦੇ ਹੋ? ਇਸ ਵਾਰ ਘੱਟੋ ਘੱਟ 50,000, ਕਿਉਂਕਿ ਇਹਦਾ ਮਤਲਬ ਹੋਏਗਾ ਸਿੱਧੂ ਦੇ ਏਜੰਡੇ ਨੂੰ, ਪੰਜਾਬ ਮਾਡਲ ਨੂੰ ਪੰਜਾਬ ਦੇ ਲੋਕ ਪ੍ਰਵਾਨ ਕਰ ਚੁੱਕੇ ਨੇ। ਤੁਸੀਂ ਵੱਡੀ ਪੰਜਾਬ ਦੇ ਲੋਕਾਂ ਨੇ ਮੋਹਰ ਲਾ ਦਿੱਤੀ ਨਵਜੋਤ ਸਿੰਘ ਜਿਵੇਂ ਸਿੱਧੂ ਨੇ ਏਜੰਡੇ ਤੇ। ਨਹੀਂ ਡੱਲਾ ਸਾਹਿਬ, ਪਿਛਲੀ ਵਾਰ ਤੁਸੀਂ 42000 ਨਾਲ, ਨਵਜੋਤ ਸਿੱਧੂ 42000 ਨਾਲ ਜਿੱਤੇ ਤਾਂ ਦੂਜੇ ਨੰਬਰ ਵਾਲੇ ਨੂੰ 17000 ਵੋਟਾਂ ਪਈਆਂ। ਜੇ ਇਸ ਵਾਰ 50,000 ਜਿੱਤੋਗੇ ਇਸ ਦਾ ਮਤਲਬ ਹੈ ਨੰਬਰ ਵਾਲੇ ਨੂੰ, ਕਿਸੇ ਦੂਸਰੇ ਨੰਬਰ ਨੂੰ 10,000 ਤੋਂ ਜ਼ਿਆਦਾ ਵੋਟ ਨਹੀਂ ਮਿਲਣੀ। ਨਵਜੋਤ ਸਿੰਘ ਸਿੱਧੂ 70,000 ਤੋਂ ਜ਼ਿਆਦਾ ਵੋਟ ਲੈ ਕੇ ਜਾਣਗੇ। ਤੁਸੀਂ ਕਹਿ ਰਹੇ ਹੋ ਬਿਕਰਮ ਮਜੀਠੀਆ ਨੂੰ 10,000 ਵੋਟ ਨਹੀਂ ਪੈਣੀ? ਮੈਂ ਕਹਿੰਦਾ 2 ਨੰਬਰ ਵਾਲੇ ਨੂੰ 10,000 ਤੋਂ ਵੱਧ ਵੋਟ ਨਹੀਂ ਪੈਣੀ। ਪਿਛਲੀ ਵਾਰੀ ਅਕਾਲੀ ਬੀਜੇਪੀ ਇਕੱਠਾ ਸੀ, ਬੀਜੇਪੀ ਦੇ ਕਿਸੇ ਵੀ ਵਿਅਕਤੀ ਨੇ ਜਿਹੜਾ ਬੀਜੇਪੀ ਨਾਲ ਜੁੜਿਆ ਉੱਥੇ, ਕਿਉਂਕਿ ਅਕਾਲੀ ਬੀਜੇਪੀ ਇਕੱਠੇ ਸੀ। ਅਕਾਲੀ ਦਲ ਦਾ ਕਾਡਰ ਬਹੁਤ ਛੋਟਾ ਹੈ। ਮੈਨੂੰ ਲੱਗਦਾ ਹੈ ਅਕਾਲੀ ਦਲ ਦਾ ਕਾਡਰ 10,000 ਵੋਟਾਂ ਲੈ ਜੇ ਉੱਥੇ ਤੇ ਬਹੁਤ ਵੱਡੀ ਅਚੀਵਮੈਂਟ ਹੋਏਗੀ। ਇਹ ਤੁਸੀਂ ਨੋਟ ਕਰ ਲਓ, ਇਲੈਕਸ਼ਨ ਤੋਂ ਬਾਅਦ ਇਹ ਗੱਲ ਕਰ ਲਿਓ। ਚਲੋ ਮੈਂ ਨੋਟ ਕਰ ਰਿਹਾ। ਤੁਸੀਂ ਇਹ ਸਪਸ਼ਟ ਸ਼ਬਦਾਂ ਵਿੱਚ ਨਹੀਂ ਕਿਹਾ, ਪਰ ਮੈਂ ਫਿਰ ਵੀ ਬੋਲ ਰਿਹਾ ਕਿ ਤੁਸੀਂ ਕਹਿ ਰਹੇ ਹੋ ਬਿਕਰਮ ਮਜੀਠੀਆ ਨੂੰ ਮਜੀਠਾ ਹਲਕਾ ਛੱਡਣ ਤੇ ਅੰਮ੍ਰਿਤਸਰ ਈਸਟ ਜਾਣ 'ਚ, ਅੰਮ੍ਰਿਤਸਰ ਈਸਟ 'ਚ 10,000 ਵੋਟਾਂ ਨਹੀਂ ਪੈਣੀਆਂ, ਇਹ ਤੁਸੀਂ ਦਾਅਵਾ ਕਰ ਰਹੇ ਹੋ? ਹੋ ਸਕਦਾ ਬਿਕਰਮ ਮਜੀਠੀਆ ਸਾਹਿਬ ਤੀਜੇ ਨੰਬਰ ਤੇ ਰਹਿ ਜਾਣ, ਪਰ ਮੈਂ ਕਹਿੰਦਾ ਦੂਜੇ ਨੰਬਰ ਵਾਲੇ ਨੂੰ 10,000 ਤੋਂ ਵੀ ਵੱਧ ਵੋਟਾਂ ਨਹੀਂ ਪੈਣੀਆਂ। ਠੀਕ ਹੈ ਮੋਹਿਤ ਗੁਪਤਾ ਜੀ, ਤੁਹਾਡਾ ਫਾਈਨਲ ਸਟੇਟਮੈਂਟ। ਦੇਖੋ ਦਾਅਵਾ ਹੋ ਰਿਹਾ ਕਿ 10,000 ਵੋਟਾਂ ਨਹੀਂ ਪੈਣੀਆਂ, ਇਹਦਾ ਮਤਲਬ ਇੱਕ ਇਹ ਵੀ ਹੈ ਕਿ ਜ਼ਮਾਨਤ ਜ਼ਬਤ ਹੋ ਜਾਏਗੀ। ਮੈਂ गौरव जी, मैं कहना गालिब मन बहलाने के लिए ख्याल अच्छा है, ये आपदा मन बहलाउन। मैं ਤੁਹਾਨੂੰ ਅੱਜ ਗੱਲ ਕਹਿਤੀ 10 ਮਾਰਚ ਤੋਂ ਬਾਅਦ ਜਿਹੜੀ ਸਿੱਧੂ ਫੈਮਿਲੀ ਹੈ ਉਹ ਆਪਦਾ ਬਿਸਤਰਾ ਗੋਲ ਕਰਕੇ ਪਟਿਆਲੇ ਪਹੁੰਚ ਜੂਗੀ, ਕਿਉਂਕਿ ਜਿਹੜੇ ਅੰਮ੍ਰਿਤਸਰ ਈਸਟ ਦੇ ਲੋਕ ਹੈ ਉਹਨਾਂ ਨੇ ਮਨ ਬਣਾ ਲਿਆ ਉਹਨਾਂ ਨੂੰ ਸਬਕ ਸਿਖਾਉਣ ਦਾ, ਉਹਨਾਂ ਦੀ ਜਿਹੜੀ ਝੂਠੀ ਰਾਜਨੀਤੀ ਹੈ ਉਹਨੂੰ ਸਬਕ ਸਿਖਾਉਣ ਦਾ। ਬਹੁਤ ਬੁਰੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਚੁਣਾਵ ਹਾਰ ਰਹੇ ਨੇ। ਉਹਨਾਂ ਦੀ ਫਰਸਟ੍ਰੇਸ਼ਨ ਉਹ ਜੋ ਇਸ ਤਰੀਕੇ ਨਾਲ ਮੀਡੀਆ ਨਾਲ, ਮੈਂ ਤਾਂ ਮੀਡੀਆ ਨੂੰ ਵੀ ਕਹਿਣਾ ਹੁੰਦਾ ਵੀ ਭਰਾਵੋ ਪਾਸੇ ਰਿਹਾ ਕਰੋ, ਇਹ ਨਹੀਂ ਕਿਸੇ ਦਾ ਕੋਈ ਮੈਕ ਸਪੀਕ ਹੋ ਜਾ ਕੈਮਰਾ ਭੰਨ ਦੇਣ। ਛੋਟਾ ਜਿਹਾ ਕਮੈਂਟ ਲੈ ਲਿਓ ਜੀ, ਇੱਥੇ ਦਾਅਵਾ ਕਰਦਾ ਹੈ ਜਿਹੜੀ 2000 ਛੋਟਾ ਜਿਹਾ ਸ਼ਬਦ ਲੈ ਲਓ, ਕਦੀ ਨਾ ਕਿਸੇ ਨੂੰ ਕਹੋ ਕਿ ਤੁਹਾਨੂੰ ਅੰਮ੍ਰਿਤਸਰ ਇੱਕ ਦਾਅਵਾ ਕਰ ਰਹੇ ਨੇ। ਸੁਣ ਲਓ ਡੱਲਾ ਸਾਹਿਬ, ਇੱਕ ਵਾਰੀ ਸੁਣ ਲਿਓ, ਉਹ ਦਾਅਵਾ ਕੋਈ ਕਰ ਰਹੇ ਨੇ। ਮੈਨੂੰ ਲੱਗਦਾ ਕਿ ਅੱਜ ਵਾਲੀ ਡਿਬੇਟ ਤਾਂ ਆਪਾਂ ਨੂੰ ਸੰਭਾਲ ਕੇ ਰੱਖਣੀ ਪੈਣੀ ਹੈ, ਪੂਰੀ ਫੁਟੇਜ। ਬਿਲਕੁਲ ਗੌਰਵ ਜੀ ਨੂੰ ਸੰਭਾਲ ਕੇ ਰੱਖ ਲਿਓ। 10 ਮਾਰਚ ਨੂੰ, ਜਦੋਂ 10 ਮਾਰਚ ਨੂੰ ਆਪਾਂ ਚੁਣਾਵ ਦੇ ਨਤੀਜੇ ਆਉਣਗੇ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਰਹੀ ਹੋ, ਸਰਦਾਰ ਵਿਕਰਮਜੀਤ ਸਿੰਘ ਮਜੀਠਾ ਵੱਡੀ ਲੀਡ ਨਾਲ ਉੱਥੋਂ ਚੁਣਾਵ ਜਿੱਤਣਗੇ। ਚਲੋ ਠੀਕ ਹੈ ਡੱਲਾ ਜੀ, ਛੋਟੀ ਕਮੈਂਟ 10 ਸੈਕਿੰਡ ਦੱਸ ਜਾਣਗੇ। ਛੋਟੀ ਜਿਹੀ ਕਮੈਂਟਰੀ ਇਹਨਾਂ ਨੇ ਹੁਣੀ ਕਿਹਾ, ਇਹਨਾਂ ਨੇ ਹੁਣੀ ਕਿਹਾ ਤੁਹਾਡੀ ਗੱਲ ਕਿ 10 ਮਾਰਚ ਨੂੰ, ਇਹਨਾਂ ਨੇ ਹੁਣੀ ਕਿਹਾ ਕਿ 10 ਮਾਰਚ ਨੂੰ ਨਵਜੋਤ ਸਿੰਘ ਸਿੱਧੂ ਜੀ ਬੋਰੀਆ ਬਿਸਤਰਾ ਬਣ ਕੇ ਪਟਿਆਲੇ ਚਲੇ ਜਾਣਗੇ। ਕਿਸੇ ਨੂੰ ਐ ਨਾ ਕਹੀਏ, ਕਿਸੇ ਦਾ ਘਰ ਨਾ ਛਡਾਈਏ, ਭਾਵੇਂ ਵਿਕਰਮ ਮਜੀਠੀਆ ਹਾਰਨ, ਉਹ ਵਸਦੇ ਰਹਿਣ ਅੰਮ੍ਰਿਤਸਰ ਦੇ ਵਿੱਚ ਹੀ, ਮਜੀਠੇ ਚ ਵਸਦੇ ਰਹਿਣ। ਇਹੀ ਰਾਜਨੀਤੀ ਹੈ। ਆਪਾਂ ਨਿੱਜੀਆਂ ਦੁਸ਼ਮਣੀਆਂ ਨਾ ਬਣਾਈਏ, ਆਪਾਂ ਸਿਰਫ ਸਿਆਸਤ ਕਰੀਏ। ਸਾਰੇ ਲੋਕ ਹੱਸਦੇ ਰਹਿਣ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣ ਲਓ, ਆਪਣੇ ਆਪਣੇ ਘਰਾਂ 'ਚ ਸਾਰੇ ਖੁਸ਼ਹਾਲ ਰਹਿਣ, ਕਦੇ ਵੀ ਵੰਡਾਟੇ ਦੀ ਪੋਲਿਟਿਕਸ ਨਾ ਕਰੋ, ਸਿਹਤਮੰਦ ਪੋਲਿਟਿਕਸ ਕਰੋ, ਸਿਹਤਮੰਦ ਪੋਲਿਟਿਕਸ। ਚਲੋ ਠੀਕ ਹੈ, ਮੇਰੇ ਕੋਲ ਸਮਾਂ ਕੋਈ ਬੋਰੀਆ ਬਿਸਤਰਾ ਕਿਸੇ ਦਾ ਨਹੀਂ ਕਰਨਾ। ਪਹਿਲਾਂ ਉਹਦੇ ਪ੍ਰਧਾਨ ਨੂੰ ਸਮਝਾਓ, ਫੈਸਲਾ ਕਰਨਾ ਹੈ ਲੋਕਾਂ ਤੇ ਛੱਡੀਏ, ਔਰ ਸਾਰੇ ਆਪਣੇ ਘਰਾਂ 'ਚ ਵਸਦੇ ਰਹਿਣ। ਠੀਕ ਹੈ ਡੱਲਾ ਜੀ, ਬਹੁਤ ਬਹੁਤ ਧੰਨਵਾਦ। ਮੈਂ ਵਿਚਾਲੇ ਰੋਕ ਰਿਹਾ ਤੁਹਾਨੂੰ। ਮੋਹਿਤ ਜੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਰਵਿੰਦਰ ਜੀ ਤੁਹਾਡਾ ਵੀ, ਔਰ ਸੋਈ ਸਾਹਿਬ ਤੁਹਾਡਾ ਵੀ ਧੰਨਵਾਦ। ਸਮਾਂ ਮੇਰੇ ਕੋਲ ਖਤਮ ਹੋ ਚੱਲਿਆ ਸੋਈ ਸਾਹਿਬ, ਮੈਂ ਇਸ ਲਈ ਕਮੈਂਟ ਨਹੀਂ ਲੈ। 1 ਫਰਵਰੀ ਦਾ ਦਿਨ ਹੈ, ਪੰਜਾਬ ਇਲੈਕਸ਼ਨ ਮੰਥ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਅੱਜ ਦੀ ਇਹ ਡਿਬੇਟ ਤੁਸੀਂ ਦੇਖੀ ਹੈ, ਜ਼ਿਹਨ ਦੇ ਵਿੱਚ ਰੱਖਿਓ। ਜੇ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਹੈ ਤਾਂ ਆਪਣੇ ਪੇਜ ਦੇ ਉੱਤੇ ਸ਼ੇਅਰ ਕਰ ਲਿਓ ਅੱਜ, ਕਿਉਂਕਿ ਇਸ ਦੇ ਵਿੱਚ ਦਾਅਵੇ ਬਹੁਤ ਹੋਏ ਨੇ। ਦਾਅਵੇ ਅਕਾਲੀ ਦਲ ਦੇ ਵੱਲੋਂ ਵੀ, ਦਾਅਵੇ ਕਾਂਗਰਸ ਦੇ ਵੱਲੋਂ ਵੀ, ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਵੱਲੋਂ ਵੀ। ਇਹਨਾਂ ਦਾਅਵਿਆਂ 'ਚ ਕਿੰਨਾ ਦਮ ਹੈ ਔਰ ਕਿਸ ਦੇ ਦਾਅਵੇ ਸਹੀ ਬੈਠਦੇ ਨੇ, ਉਸ ਦੇ ਉੱਤੇ ਪੰਜਾਬ ਦੀ ਨਜ਼ਰ ਲਾਜ਼ਮੀ ਤੌਰ ਤੇ ਹੋਏਗੀ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ ਹੀ।